ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਿਤਾ ਜੀਉ ਪਿੰਡ ਸਭ ਤੇਰਾ, ਤੂੰ ਅੰਤਰਜਾਮੀ ਪੁਰਖ ਭਗਵਾਨ। ਦਾਸਣ ਦਾਸ ਕਹੈ ਜਨ ਨਾਨਕ, ਜਿਹਾ ਤੂੰ ਕਰਾਹੇ ਤਿਹਾ ਹਉ ਕਰੀ ਵਖਿਆਣ। ਜਿਹਾ ਤੂੰ ਕਰਾਹੇ ਤਿਹਾ ਹਉ ਕਰੀ ਵਖਿਆਣ। ਸੁਖ ਹੋ ਟਲ ਗੁਰ ਸੇਵੀਐ, ਅਹਨਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕਾ, ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮ ਦੀ, ਨੂਰ ਅਰਸੋਂ ਕੁਰਸੋਂ ਚਟੀਐ। ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਐ। ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਹਾਂ ਦੇ। ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਵੇਸਾ। ਵਾਹਿਗੁਰੂ ਸਾਹਿਬ ਜੀ। ਸੋਰਠ ਮਹਲਾ ਪੰਜਵਾਂ। ਪਰਮੇਸ਼ਰ ਦਿੱਤਾ ਬੰਨਾ, ਦੁੱਖ ਰੋਗ ਕਾ ਡੇਰਾ ਪੰਨਾ। ਆਨੰਦ ਕਰੇ ਨਰ ਨਾਰੀ, ਹਰ ਹਰ ਪ੍ਰਭ ਕਿਰਪਾ ਧਾਰੀ। ਪਰਮੇਸ਼ਰ ਦਿੱਤਾ ਬੰਨਾ, ਦੁੱਖ ਰੋਗ ਕਾ ਡੇਰਾ ਪੰਨਾ। ਆਨੰਦ ਕਰੇ ਨਰ ਨਾਰੀ, ਹਰ ਹਰ ਪ੍ਰਭ ਕਿਰਪਾ ਧਾਰੀ। ਸੰਤੋ ਸੁਖ ਹੋਆ ਸਭ ਥਾਈ, ਪਾਰ ਬ੍ਰਹਮ ਪੂਰਨ ਪਰਮੇਸ਼ਰ। ਰਵ ਰਹਿਆ ਸਭਨੇ ਜਾਈ, ਰਹਾਉ ਤੁਰ ਕੇ ਬਾਣੀ ਆਈ। ਤਿਨ ਸਗਲੇ ਚਿੰਤ ਮਿਟਾਈ, ਦਇਆਲ ਪੁਰਖ ਮਿਹਰਵਾਨਾ। ਹਰ ਨਾਨਕ ਸਾਚ ਵਖਾਨਾ, ਤੁਰ ਕੇ ਬਾਣੀ ਆਈ। ਤਿਨ ਸਗਲੇ ਚਿੰਤ ਮਿਟਾਈ, ਦਇਆਲ ਪੁਰਖ ਮਿਹਰਵਾਨਾ। ਹਰ ਨਾਨਕ ਸਾਚ ਵਖਾਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਚਵਰ ਛਤਰ ਤਖਤ ਦੇ ਮਾਲਕ ਹਾਜ਼ਰਾ ਹਜ਼ੂਰ
ਜਾਹਰਾ ਜਹੂਰ ਸ਼ਬਦ ਗੁਰੂ ਜੁਗੋਂ ਜੁਗ ਅਟਲ ਸਤਿਗੁਰੂ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਤਸੰਗੀ ਜਨੋ, ਆਪ ਜੀ ਵੱਡੇ ਭਾਗਾਂ ਵਾਲੇ ਹੋ। ਜੋ ਸਤਿਕਾਰਯੋਗ ਧੰਨ ਮਾਤਾ ਰਾਜਕੌਰ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਵਿਖੇ ਅੱਜ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਖੁਸ਼ੀਆਂ ਦੇ ਅੰਦਰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਦੇ ਅੰਦਰ ਅੰਮ੍ਰਿਤ ਵੇਲੇ ਤੋਂ ਹਾਜ਼ਰੀਆਂ ਭਰ ਰਹੇ ਹੋ। ਨਿਤਨੇਮ ਦੀਆਂ ਬਾਣੀਆਂ ਤੋਂ ਉਪਰੰਤ ਆਸਾ ਕੀ ਵਾਰ ਸ਼ਬਦ ਕੀਰਤਨ ਗੁਰੂ ਸਵਾਰਿਓ ਆਪ ਜੀ ਸਰਵਣ ਕਰ ਰਹੇ ਸੋ। ਆਓ ਜੋ ਸਤਿਗੁਰੂ ਜੀ ਨੇ ਅੰਮ੍ਰਿਤ ਵੇਲੇ ਸਾਨੂੰ ਪਾਵਨ ਹੁਕਮ ਬਖਸ਼ਿਸ਼ ਕੀਤਾ ਹੈ, ਹੁਕਮ ਦੇ ਕੇਵਲ ਆਖਰੀ ਅਰਥ ਔਰ ਜੋ ਅੱਜ ਸਤਿਗੁਰੂ ਨਾਨਕ ਪ੍ਰਗਟਿਆ, ਮਿੱਟੀ ਧੁੰਦ ਜਗ ਚਾਨਣ ਹੋਵਾ, ਸਤਿਗੁਰੂ ਜੀ ਦੀ ਬਾਣੀ ਦੇ ਵਿੱਚੋਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਇਤਿਹਾਸ ਦੇ ਵਿੱਚੋਂ ਬਾਣੀਆਂ ਕਹਾਣੀਆਂ ਆਪ ਜੀ ਦੇ ਨਾਲ ਸਾਂਝੀਆਂ ਕਰਨੀਆਂ ਨੇ। ਆਓ ਵਿਚਾਰ ਆਰੰਭਣ ਤੋਂ ਪਹਿਲਾਂ ਅਸੀਸ ਬਖਸ਼ਿਸ਼ ਕਰੋ ਜੀ। ਰਸਨਾ ਨੂੰ ਕਰੋ ਪਵਿੱਤਰ, ਜਿਤਨੇ ਵੀ ਜੁੜ ਬੈਠੇ ਹੋ ਸਾਰੇ ਲਵਾਓ ਹਾਜ਼ਰੀ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋਰਠ ਮਹਲਾ ਪੰਜਵਾ। ਪਰਮੇਸ਼ਰ ਦਿੱਤਾ ਬੰਨਾ, ਦੁੱਖ ਰੋਗ ਕਾ ਡੇਰਾ ਪੰਨਾ। ਸੋਰਠ ਰਾਗ ਵਿੱਚ ਪੰਜਵੇਂ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਾਵਨ ਬਚਨ ਅੰਗ ਨੰਬਰ 627 ਅਤੇ 628 ਦੇ ਉੱਤੇ ਸਭਾਇਮਾਨ ਨੇ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਅੱਜ ਦੇ ਹੁਕਮ ਰਾਹੀਂ ਸਾਨੂੰ ਸਮਝਾਉਣਾ ਕੀਤਾ, ਸਾਡੇ 'ਤੇ ਕਿਰਪਾ ਕੀਤੀ ਹੈ ਕਿ ਉਸ ਪਰਿਪੂਰਨ ਪਰਮਾਤਮਾ ਨੇ ਸਾਡੇ ਇੱਕ ਬੰਨਾ ਲਾ ਦਿੱਤਾ ਹੈ ਅੱਗੇ, ਜਿਹਦੇ ਕਰਕੇ ਹੁਣ ਦੁੱਖ ਰੋਗ ਅੰਦਰ ਆਉਂਦੇ ਹੀ ਨਹੀਂ, ਔਰ ਸਗੋਂ ਅੰਦਰ ਨਹੀਂ ਆਉਂਦੇ, ਜਿਹੜੇ ਅੰਦਰ ਨੇ ਉਹਨਾਂ ਦਾ ਵੀ ਡੇਰਾ ਭੰਨ ਦਿੱਤਾ। ਆਖਰੀ ਅਰਥ ਇਸੇ ਤਰ੍ਹਾਂ ਨੇ ਕਿ ਪਰਮੇਸ਼ਰ ਦਿੱਤਾ ਬੰਨਾ, ਔਰ ਬੰਨਾ ਸ਼ਬਦ ਆਪ ਜੀ ਸਮਝਦੇ ਹੋ ਕਿ ਸਾਡੇ ਪਿੰਡਾਂ ਵਿੱਚ ਆਮ ਇਹ ਬੋਲੀ ਹੈ। ਪਾਣੀ ਦੇ ਖਾਲ ਅੱਗੇ ਬੰਨ ਲਾਉਣਾ, ਕਿਸੇ ਪਾਸੋਂ ਬੰਨ ਤੋੜ ਦੇਣਾ, ਉਹਨੂੰ ਬੰਨਾ ਸ਼ਬਦ ਕਿਹਾ ਜਾਂਦਾ ਸੀ। ਬੰਨਾ ਤਗੜਾ ਕਰਕੇ ਲਾਈ, ਭਾਵ ਕੇ ਰੋਕ ਲਾਉਣੀ। ਬੰਨੇ ਦਾ ਅਰਥ ਹੈ ਰੋਕ ਲਾਉਣੀ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਬਖਸ਼ਿਸ਼ ਕਰਦੇ ਨੇ, ਰੱਬ ਨੇ ਪਰਮੇਸ਼ਰ ਨੇ ਕਿਹਦੇ ਅੱਗੇ ਰੋਕ ਲਾ ਦਿੱਤੀ ਜੀ। ਕਿਹੜਾ ਬੰਨਾ ਲਾਇਆ ਕਿ ਜਿਹਦੇ ਕਰਕੇ ਦੁੱਖ ਰੋਗ ਕਾ ਡੇਰਾ ਪੰਨਾ, ਅੰਦਰੋਂ ਦੁੱਖਾਂ ਤੇ ਰੋਗਾਂ ਦਾ ਡੇਰਾ ਪੰਨਿਆ ਗਿਆ। ਔਰ ਡੇਰਾ ਸ਼ਬਦ ਵੀ ਆਮ ਪਿੰਡਾਂ ਦਾ ਹੈ ਜੀ। ਪਿੰਡ ਤੋਂ ਬਾਰ-ਬਾਰ ਖੇਤਾਂ 'ਚ ਘਰ ਪਾਉਣਾ, ਕਿ ਜਿੱਥੇ 2-4 ਜੀ ਰਹਿੰਦੇ ਨੇ, ਘਰ ਪਾ ਲਿਆ, ਉਹਨੂੰ ਡੇਰਾ ਕਹਿ ਦਿੱਤਾ। ਉਰੇ ਜਿਹੜੇ ਦੁੱਖ ਨੇ ਰੋਗ ਨੇ, ਇਹ ਅਸਲ ਵਿੱਚ ਜਿੱਥੇ ਜਾਂਦੇ ਨੇ ਫਿਰ ਪੂਰਾ ਡੇਰਾ ਲੈ ਕੇ ਜਾਂਦੇ ਨੇ। ਤੁਸੀਂ ਕਦੇ ਵੀ ਦੇਖੋ, ਖੁਸ਼ੀ ਤੇ ਜੀਵਨ ਦੇ ਵਿੱਚ ਕੱਲੀ ਕੱਲੀ ਕਰਕੇ ਆਉਂਦੀ ਹੈ, ਪਰ ਜਦੋਂ ਰੋਗ ਆ ਜਾਏ, ਚਾਹੇ ਉਹ ਸਰੀਰ ਦਾ ਆ ਜਾਏ, ਚਾਹੇ ਕਿਸੇ ਪਰਿਵਾਰ ਦਾ ਆ ਜਾਏ, ਕਿਸੇ ਹੋਰ ਤਰ੍ਹਾਂ ਦਾ ਆ ਜਾਏ, ਇਹ ਰੋਗ ਕਦੇ ਇਕੱਲਾ ਨਹੀਂ ਆਉਂਦਾ। ਇਹ ਰੋਗ ਆਪਣੇ ਨਾਲ ਬਹੁਤ ਸਾਰੀਆਂ ਪਰੇਸ਼ਾਨੀਆਂ ਲੈ ਕੇ ਪੂਰਾ ਆਪਣਾ ਪਰਿਵਾਰ ਲੈ ਕੇ ਡੇਰਾ ਹੀ ਲਾ ਲੈਂਦਾ ਹੈ। ਔਰ ਸਤਿਗੁਰੂ ਜੀ ਨੇ ਅੱਜ ਕਿਰਪਾ ਕੀਤੀ, ਉਹ ਡੇਰਾ ਵੀ ਭੰਨ ਦਿੱਤਾ ਕਿ ਦੁੱਖ ਰੋਗ ਅੰਦਰ ਆਉਣੇ ਹੀ ਨਹੀਂ। ਜੇ ਆ ਵੀ ਗਏ ਤੇ ਇਹਨਾਂ ਦੇ ਨਾਲ ਮੁਕਾਬਲਾ ਕਰਨ ਦਾ, ਇਹਨਾਂ ਦੇ ਨਾਲ ਲੜਨ ਦਾ ਜਜ਼ਬਾ ਗੁਰੂ ਸਾਹਿਬ ਨੇ ਸਾਨੂੰ ਬਖਸ਼ਿਆ।
कि जे दुख आ गया तो दुख नूं दुख मनना ही नहीं, रोग आ गया तो रोग गुरु की किरपा नाल ठीक होएगा, उनदे नाल टाकरा कर। पर बन्ना किधरों लाया तो दुख रोग किहड़े सन। देखो सतगुरु धन गुरु नानक देव महाराज सच्चे पातशाह दा अज प्रकाश दिहाड़ा, और इस संबंध दे विच गुरु साहब ने अज शायद हुक्म किया है। बन्ना ला दिता, रोक ला दिता, क्योंकि आनंद करे नर नारी, अगे शब्द वरते किहड़े नर ते किहड़ियां नारियां आनंद विच रहिंदियां ने। असल विच ये जिहड़ियां अखां पहिलों वेखदियां सन, माड़ा वेखदियां सन, वेख लैंदियां सन, पर दुखी हुंदियां सन। कंन सुणदे ने, माड़ा सुन लैंदे सन, पर सुन के फिर दुखी हुंदे ने। जो कुछ सुनिया अंदरों वो दुखी करदा है। ये जबान बोल देंदे बिना सोचे समझे, तो जो कुछ बोलदी है बोलण तो बाद फिर केवल पछतावा मिलदा है। हुण सतगुरु जी ने किरपा कीती, इन्हां हत्थां पैरां इन्हां अखां कन्नां दे अगे एक रोक ला दित्ती। ते किवें रोक लाई, जिन्हों धन गुरु अमरदास महाराज जी रोज़ कहते हैं, क्योंकि गुरु ने समझा दिता ना कि सिखा इन्हों समझा दिया कर आवाज़ मार के, ए नेत्रो मेरे हो हर तुम मैं जोत रखी। तेरे अंदर रब परमेश्वर ने जोत रखी है। ये विश्व संसार तुम देख दे, ये संसार जेड़ा तू वेखना, संसार विश्व, विश्व का अर्थ जहर भी किया है, विश्व का अर्थ विश्व भी किया कईयां ने। ये जहर नहीं, ये हर का रूप है, पर यह उदों ही हरि का रूप आएगा जदों इनके अगे विकारां दा बन लग्या होएगा, जदों इनू तातपराई को नज़र न आउंदी होएगी। इन्हां काम क्रोध लोभ मोह हंकार माड़े विकारां वालों गुरु साहब जी ने अगे बन्ना ला दिता, रोक ला दी। हुण 9 दरवाज़ियां थनी किसी भी दरवाजे थनी ये अंदर जांदे ही नहीं। हुण ये आनंद करे नर नारी का भाव है, जिन्ने ज्ञान इंद्र ने ये सारे आनंद दे विच ने। और सतगुरु जी ने अज किरपा की, धन गुरु नानक देव महाराज सच्चे पातशाह जो प्रकाश दिहाड़ा असीं मनाउने आ, ते आम पंक्तियां पढ़िया जांदियां ने, सुनी पुकार दातार प्रभ गुरु नानक जग माहे पठाया। हुण किंदी पुकार सुनी जी? आम कहा जाता धरती पुकार उठी। वो किहड़ी पुकार सी जिन्हों सुन के सतगुरु धन गुरु नानक देव महाराज जी आप नारायण कला धार जग मह परवरिओ, आप परमेश्वर नूं थेवना पिया। हुण सतगुरु जी ने किरपा की, धन गुरु नानक साहब सच्चे पातशाह जी सब तो पहलू बेनती करा, आपां शब्द वरतने प्रकाश होया, प्रकाश दिहाड़ा जां जन्म दिहाड़ा। पर जिहड़ा शब्द भाई साहब भाई गुरदास जी ने वरत्या है कि सतगुरु नानक प्रगटिया मिट्टी धुंध जग चानण होआ, प्रगटिया। हुण प्रगट होना की है जी? घर दे विच कोई चीज़ पई होवे है, घर दे विच लभदी कोई नहीं, पर हथ पैर मारे जो समा पा को किते लभ जे तो आप कहने प्रगट होगी। जो नज़र नहीं आती नज़र आ जाए, प्रगट हुई है ना। हुण भाई गुरदास जी ने पावन शब्द जिहड़े कहे ने उन्हां विच रमज बड़ी डूंगी है, क्योंकि जिहड़ा ज्ञान भाई गुरदास जी का वो भाई गुरदास जी कोल ही है। प्रगट होए ने दा मतलब वो पहलों भी सन, साडे अखां तोले से, क्योंकि धन गुरु अमरदास महाराज जी कहंदे ते सारिਆਂ दे विच ही ने। धन गुरु नानक देव महाराज जी आप कह गए ने सब मैं जोत जोत है सोए, सारिਆਂ दे विच इहदा मतलब है तो पहलों भी सी, पर साडियां अखां दे अगे एक होमे दा पड़दा पिया सी, नज़र नहीं आया, प्रगट होया। हुण भाई गुरदास जी दा वो कवित उहदे विच 3 बचन भाई गुरदास जी ने कहे ने, सतगुरु नानक प्रगटिया मिट्टी धुंध जग चानण हुआ। धुंध जग की है जी? चानण किहड़ा हो गया?
ਅੱਗੇ ਉਦਾਹਰਣ ਦੇ ਦਿੱਤੀ, ਕਹਿੰਦੇ ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੂਆ। ਤਾਰੇ ਕਿਹੜੇ ਸਨ ਜਿਹੜੇ ਛੁਪ ਗਏ? ਕਿਹੜਾ ਹਨੇਰਾ ਸੀ ਜਿਹੜਾ ਅਲੋਪ ਹੋ ਗਿਆ? ਕਿਉਂਕਿ ਜਦੋਂ ਧੁੰਦ ਪਈ ਹੋਵੇ, ਧੁੰਦ ਦਾ ਚਿੱਟਾ ਚਾਨਣ ਹੈ, ਸੂਰਜ ਨਾਲ ਤੋਂ ਦੂਰ ਹੁੰਦਾ ਕੋਈ ਨਹੀਂ। ਪਰ ਭਾਈ ਗੁਰਦਾਸ ਜੀ ਕਹਿੰਦੇ ਨੇ ਧੰਨ ਗੁਰੂ ਨਾਨਕ ਸਾਹਿਬ ਜੀ ਉਹ ਸੂਰਜ ਨੇ ਜਿਨ੍ਹਾਂ ਨੇ ਇਸ ਮਿੱਟੀ ਧੁੰਦ ਜੱਗ ਨੂੰ ਵੀ ਚਾਨਣ ਕਰ ਦਿੱਤਾ। ਦੇਖੋ ਧੁੰਦ ਕਿਹੜੀ ਹੈ ਤੇ ਉਹ ਅਗਿਆਨਤਾ ਦਾ ਹਨੇਰਾ ਕਿਹੜਾ ਹੈ। ਇਸ ਤੋਂ ਪਹਿਲਾਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਜਦੋਂ ਸੰਸਾਰ ਦੇ ਵਿੱਚ ਆਏ ਨੇ, ਪ੍ਰਗਟ ਹੋਏ ਨੇ, ਤੇ ਦੇਖੋ ਕਿਸੇ ਨੇ ਇਤਿਹਾਸਕਾਰ ਨੇ ਜਦੋਂ ਕਿਸੇ ਵੀ ਮਹਾਂਪੁਰਸ਼ ਦੇ ਜੀਵਨ ਬਾਰੇ ਲਿਖਣਾ ਹੋਏ ਤੇ ਸੁਭਾਵਕ ਹੈ ਫਿਰ ਉਸ ਮਹਾਂਪੁਰਸ਼ ਦੇ ਕੋਈ ਵੀ ਮਹਾਂਪੁਰਸ਼ ਹੋਣ, ਉਹਨਾਂ ਦੇ ਚੁਗਿਰਦੇ ਦੀ ਗੱਲ ਉਹ ਇਤਿਹਾਸਕਾਰ ਜ਼ਰੂਰ ਕਰਦੇ ਨੇ ਕਿ ਉਸ ਵੇਲੇ ਦਾ ਵਾਤਾਵਰਣ ਕਿਵੇਂ ਦਾ ਸੀ, ਉਸ ਵੇਲੇ ਦਾ ਜਿਹੜਾ ਰਾਜਨੀਤਿਕ ਮਾਹੌਲ ਕਿਵੇਂ ਦਾ ਸੀ, ਉਸ ਵੇਲੇ ਪਰਿਵਾਰ ਦਾ ਮਾਹੌਲ ਕਿਵੇਂ ਦਾ ਸੀ, ਸਮਾਜ ਦਾ ਮਾਹੌਲ ਕੀ ਸੀ, ਉਸ ਵੇਲੇ ਜਿਹੜਾ ਧਰਮ ਕਿਸ ਤਰ੍ਹਾਂ ਦਾ ਸੀ। ਔਰ ਜੇ ਅਸੀਂ ਕਿਸੇ ਇਤਿਹਾਸਕਾਰ ਨੂੰ ਨਾ ਵੀ ਸੁਣੀਏ, ਨਾ ਵੀ ਪੜ੍ਹੀਏ, ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸੰਸਾਰ ਦੇ ਵਿੱਚ ਪ੍ਰਗਟ ਹੋਣਾ ਹੈ ਤੇ ਇਹ ਪਾਵਨ ਬਚਨ ਬਾਣੀ ਦੇ ਵਿੱਚ ਪਹਿਲੋਂ ਕਹਿ ਦਿੱਤੇ। ਹੁਣ ਦੇਖੋ ਜਿਹੜਾ ਚੁਗਿਰਦਾ ਹੈ ਉਸ ਵੇਲੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਸਮੇਂ ਦਾ ਗੁਰੂ ਸਾਹਿਬ ਜੀ ਨੇ ਬਾਣੀ ਦੇ ਵਿੱਚੋਂ ਸਾਰੇ ਵਰਣਨ ਕੀਤਾ। ਔਰ ਉਹ ਜਦੋਂ ਬੋਲ ਪੜ੍ਹੀਏ, ਕਿਉਂਕਿ ਸਤਿਗੁਰੂ ਜੀ ਨਿਤ ਨਵੇਂ ਨੇ, ਬਾਣੀ ਨਿਤ ਨਵੀਂ ਹੈ, ਉਦੋਂ ਵੀ ਟੁਕਦੇ ਸਨ, ਅੱਜ ਵੀ ਟੁਕਦੇ ਨੇ, ਉਰੇ ਟੁਕਦੇ ਰਹਿਣੇ ਨੇ। ਬਾਣੀ ਨਿਤ ਨਵੀਂ ਹੈ। ਦੇਖੋ ਜਪਜੀ ਸਾਹਿਬ ਦਾ ਪਾਠ 1539 ਤੋਂ ਪਹਿਲੋਂ ਸ਼ੁਰੂ ਹੋ ਗਿਆ ਨਾ ਜੀ, ਧੰਨ ਗੁਰੂ ਨਾਨਕ ਸਾਹਿਬ ਜੀ ਨੇ ਸ਼ੁਰੂ ਕੀਤਾ। ਔਰ ਗੁਰੂ ਨਾਨਕ ਦੇਵ ਮਹਾਰਾਜ ਜੀ ਸੱਚੇ ਪਾਤਸ਼ਾਹ ਜੀ ਦੇ ਸਮੇਂ ਤੋਂ ਹੀ ਜਪਜੀ ਸਾਹਿਬ, ਸੋਧਰ, ਆਰਤੀ, ਗਾਵੀਏ, ਇਹ ਨਿਤਨੇਮ ਦੀਆਂ ਬਾਣੀਆਂ ਉਦੋਂ ਸ਼ੁਰੂ ਸਨ। ਪਰ ਇਹ ਪੁਰਾਣੀ ਤੇ ਨਹੀਂ ਨਾ ਹੋਈ ਜੀ। ਸਤਿਗੁਰੂ ਜੀ ਦੀ ਬਾਣੀ ਨਿਤ ਨਵੀਂ ਹੈ। ਔਰ ਸਤਿਗੁਰੂ ਜੀ ਨੇ ਕਿਰਪਾ ਕੀਤੀ, ਫਿਰ ਉਦੋਂ ਉਹ ਜਿਹੜਾ ਉਸ ਵੇਲੇ ਦਾ ਮਾਹੌਲ ਸੀ, ਵਾਤਾਵਰਨ ਸੀ, ਜਦੋਂ ਗੁਰੂ ਸਾਹਿਬ ਜੀ ਨੇ ਪ੍ਰਗਟ ਹੋਣਾ ਹੈ, ਬਾਣੀ ਦੇ ਵਿੱਚ ਪਾਵਨ ਬਚਨ ਕਹੇ। ਕਹਿੰਦੇ ਰਾਜਨੀਤਿਕ ਮਾਹੌਲ ਐਸਾ ਸੀ ਕਿ ਰਾਜੇ ਸ਼ੀ ਮੁਕੱਦਮ ਕੁੱਤੇ, ਜਾਏ ਜਗਾਇਣ ਬੈਠੇ ਸੁੱਤੇ। ਹੁਣ ਜਾਏ ਜਗਾਇਣ ਬੈਠੇ ਸੁੱਤੇ, ਰਾਜੇ ਜਿਹੜੇ ਨੇ ਉਹ ਖੂਨੀ ਸ਼ੇਰਾਂ ਦੀ ਤਰ੍ਹਾਂ ਹੋ ਗਏ। ਸ਼ੇਰ ਉਹ ਵੀ ਜਿਹੜੇ ਹਲਕੇ ਹੋਏ ਭੁੱਖੇ ਸ਼ੇਰ ਕਿ ਜਿਹੜੇ ਕਦੇ ਰੱਜਦੇ ਹੀ ਨਹੀਂ। ਉਹਨਾਂ ਦੇ ਅੱਗੇ ਜਿਹੜੇ ਅਹਿਲਕਾਰ ਨੇ ਉਹ ਕੁੱਤੇ ਬਣ ਗਏ। ਅਹਿਲਕਾਰਾਂ ਦੇ ਅੱਗੇ ਥਾਪੇ ਹੋਏ ਜਿਹੜੇ ਕਹਿ ਲਈਏ ਆਫਿਸਰ ਨੇ ਜਾਂ ਉਹਨਾਂ ਦੇ ਨੌਕਰ ਨੇ, ਉਹ ਕੁੱਤਿਆਂ ਦੀ ਨਿਯੰਤਰਣ ਵਰਗੇ ਹੋ ਗਏ। ਔਰ ਦੇਖੋ ਫਿਰ ਬੇਨਤੀ ਕਰਦੇ ਆ, ਕਿਉਂਕਿ ਸਤਿਗੁਰੂ ਦੀ ਬਾਣੀ ਜੁਗੋ ਜੁਗ ਅਟਲ ਹੈ, ਉਦੋਂ ਵੀ ਸੀ, ਅੱਜ ਵੀ ਹੈ। ਹਾਂ ਸਮਾਂ ਬਦਲ ਗਿਆ ਹੈ। ਉਦੋਂ ਤਲਵਾਰ ਦੇ ਜ਼ੋਰ ਨਾਲ ਲੋਕਾਂ ਨੂੰ ਵੱਢ ਕੇ ਰਾਜ ਕਰਦੇ ਸਨ, ਨਾਲੇ ਵੱਢਦੇ ਸਨ, ਨਾਲੇ ਠੱਗਦੇ ਸਨ, ਨਾਲੇ ਲੁੱਟਦੇ ਸਨ। ਅੱਜ ਦਿਮਾਗ ਦੇ ਜ਼ੋਰ ਨਾਲ ਲੁੱਟਦੇ ਨੇ ਕਿ ਜਿੰਨਾ ਵੱਧ ਤੋਂ ਵੱਧ ਜਨਤਾ ਨੂੰ ਭਰਮਾ ਲਿਆ ਜਾਏ। ਔਰ ਸਿੱਧੇ ਸ਼ਬਦ ਵਰਤੀਏ ਕਿ ਜਿੰਨਾ ਬੇਵਕੂਫ ਬਣਾ ਲਿਆ ਜਾਏ, ਉਹਨਾਂ ਰਾਜ ਕਰੋ। ਪਰ ਗੁਰੂ ਸਾਹਿਬ ਦੇ ਬਚਨ ਅੱਜ ਵੀ ਉਸੇ ਤਰ੍ਹਾਂ ਟੁਕਦੇ ਨੇ। ਇਹ ਸ਼ੇਰ ਬਣ ਗਏ ਨੇ ਤੇ ਸ਼ੇਰ ਵੀ ਉਹ ਜਿਹੜੇ ਕਦੇ ਨਹੀਂ ਰੱਜਦੇ। ਇਹਨਾਂ ਦੇ ਅੱਗੇ ਜਿਹੜੇ ਮੰਤਰੀ ਨੇ, ਸਭ ਤੋਂ ਪਹਿਲਾਂ ਮੋਟਾ ਉਹ ਖਾ ਗਏ ਆਪ। ਅੱਗੇ ਮੰਤਰੀ ਨੇ ਜਿਹੜੇ ਕਹਿੰਦੇ ਨੇ ਕੁੱਤਿਆਂ ਦੀ ਤਰ੍ਹਾਂ, ਫਿਰ ਉਹ ਖਾ ਗਏ। ਰੱਤ ਪਿੱਤ ਕੁੱਤਿਓ ਚੱਟ ਜਾਹੂ। ਤੇ ਜਿਹੜੇ ਉਹਨਾਂ ਦੇ ਅੱਗੇ ਨੌਕਰ ਨੇ, ਐਰਕਾਰ ਨੇ, ਆਫਿਸਰ ਨੇ, ਕਹਿੰਦੇ ਫਿਰ ਉਹਨਾਂ ਹੀ ਜ਼ਖਮਾਂ ਨੂੰ ਨਿਉਂਦਰਾ ਮਾਰ ਕੇ ਫਰੋਲ ਕੇ ਚੰਗੇ ਤਰ੍ਹਾਂ ਕੁਰੇਚਦੇ ਨੇ ਕਿ 100 ਮਿਲ ਜੇ ਤੇ ਉਹ ਵੀ ਆਉਣ ਦਿਓ, ਕਿਸੇ ਤੋਂ 50 ਮੰਗ ਲੈ ਤਨਖਾਹ, ਭਾਵੇਂ ਲੱਖ ਰੁਪਈਆ ਹੋਏ, ਕਿ 100 ਦਿਓਗੇ ਤੇ ਕੰਮ ਹੋਣਾ, ਨਹੀਂ ਤੇ ਹੋਣਾ ਹੀ ਨਹੀਂ। ਸਤਿਗੁਰੂ ਜੀ ਨੇ ਕਿਰਪਾ ਕੀਤੀ। ਉਦੋਂ ਮਾਹੌਲ ਇਵੇਂ ਦਾ ਸੀ ਕਿ ਰਾਜੇ ਸ਼ੀਮ ਮੁਕੱਦਮ ਕੁੱਤੇ, ਜਾਏ ਜਗਾਇਨ ਬੈਠੇ ਸੁੱਤੇ, ਚਾਕਰ ਨਾਂਦਾ ਪਾਇਣ ਘਾਉ, ਰੱਤ ਪਿੱਤ ਕੁੱਤਿਓ ਚੱਟ ਜਾਹੂ। ਔਰ ਫਿਰ ਬੇਨਤੀ ਕਰਾਂ ਕਿ ਉਦੋਂ ਮਾਹੌਲ ਇਵੇਂ ਦਾ ਸੀ
ਹੈ ਅੱਜ ਵੀ ਇਵੇਂ ਦਾ ਹੀ। ਪਰ ਹਾਂ ਇਹਦੇ 'ਚ ਫਰਕ ਆ ਗਿਆ। ਉਹ ਗੁਰੂ ਸਾਹਿਬ ਜੀ ਨੇ ਫਿਰ ਕਿਰਪਾ ਕੀਤੀ ਕਿ ਜਿਹੜੇ ਰਾਜੇ ਨੇ, ਰਾਜਿਆਂ ਦਾ ਕੰਮ ਕੀ ਸੀ? ਭਾਵੇਂ ਪਰਜਾ 'ਤੇ ਰਾਜ ਕਰਨਾ ਹੈ, ਭਾਵੇਂ ਪਰਜਾ ਨੂੰ ਲੁੱਟਣਾ ਹੀ ਹੈ, ਪਰ ਫਿਰ ਵੀ ਰਾਜਿਆਂ ਦਾ ਇੱਕ ਧਰਮ ਹੁੰਦਾ ਸੀ ਕਿ ਪਰਜਾ ਦੇ ਜਿਹੜੀ ਦੇਖਭਾਲ ਵੀ ਕਰਨੀ, ਕੋਈ ਦੁਖੀ ਨਾ ਹੋਵੇ। ਪਰ ਹੋਇਆ ਕਿ ਸਤਿਗੁਰੂ ਕਹਿੰਦੇ ਨੇ, ਕੱਲ ਕਾਤੀ ਰਾਜੇ ਕਸਾਈ, ਧਰਮ ਪੰਖ ਕਰ ਉੱਡ ਰਿਹਾ। ਸਤਿਗੁਰੂ ਜੀ ਨੇ ਪ੍ਰਗਟ ਹੋਣਾ ਤੇ ਰਾਜਨੀਤਿਕ ਐਸੀ ਸੀ, ਰਾਜਨੀਤੀ ਵਾਤਾਵਰਣ ਕੇ ਰਾਜੇ ਕਸਾਈ ਬਣ ਗਏ। ਉਲਟੀ ਵਾਰ ਖੇਤ ਨੂੰ ਖਾਣ ਲੱਗ ਗਈ। ਰਾਜੇ ਜਿਹੜੇ ਨੇ ਕਸਾਈ ਬਣ ਗਏ ਤੇ ਧਰਮ ਸੰਸਾਰ ਤੇ ਇਵੇਂ ਲੱਗਦਾ ਸੀ ਜਿਵੇਂ ਖੰਭ ਲਾ ਕੇ ਉੱਡ ਗਿਆ, ਕਿਤੇ ਰਿਹਾ ਹੀ ਨਹੀਂ। ਕੱਲ ਕਾਤੀ ਰਾਜੇ ਕਸਾਈ, ਧਰਮ ਪੰਖ ਕਰ ਉੱਡ ਰਿਹਾ। ਕੂੜ ਅਮਾਵਸ, ਸੱਚ ਚੰਦਰਮਾ ਦਿਸੇ ਨਹੀਂ ਕਹਿ ਚੜਿਆ। ਕੂੜ ਦੇ ਕਾਲੀ ਬੋਲੀ ਮੱਸਿਆ ਦੀ ਰਾਤ ਨਜ਼ਰ ਆਉਂਦੀ, ਸੱਚ ਦਾ ਚੰਦਰਮਾ ਕਿਤੇ ਨਜ਼ਰ ਹੀ ਨਹੀਂ ਆਉਂਦਾ। ਹੁਣ ਭਾਲ ਵਿਕੁੰਨੀ ਹੋਈ, ਅੰਧੇਰੇ ਰਾਹ ਨਾ ਕੋਈ, ਕੋਈ ਰਸਤਾ ਹੀ ਨਹੀਂ ਲੱਭਦਾ ਕਿ ਕਿਹੜੇ ਰਾਹ ਤੇ ਚੱਲੀਏ, ਕਿੱਥੋਂ ਧਰਮ ਮਿਲੇਗਾ, ਕਿੱਥੋਂ ਧਰਮ ਦੀ ਸੂਝ ਮਿਲੇਗੀ। ਔਰ ਸਤਿਗੁਰੂ ਜੀ ਨੇ ਉਦੋਂ ਫਿਰ ਕਿਰਪਾ ਕੀਤੀ, ਨਾਲੇ ਸਮਝਾਇਆ। ਇੱਕ ਤੇ ਰਾਜਨੀਤਿਕ ਮਾਹੌਲ, ਦੂਜਾ ਧਰਮ ਲੱਗਦਾ ਸੀ ਕਿ ਖੰਭ ਲਾ ਕੇ ਉੱਡ ਗਿਆ, ਤੇ ਤੀਜਾ ਜਿਹੜਾ ਪਰਿਵਾਰਿਕ ਮਾਹੌਲ ਹੈ ਉਦੋਂ ਉਹ ਕਿਵੇਂ ਦਾ ਸੀ, ਸਾਡਾ ਸਮਾਜ ਕਿਵੇਂ ਦਾ ਸੀ। ਕਹਿੰਦੇ ਰੰਨਾਂ ਹੋਈਆਂ ਬੋਦੀਆਂ, ਪੁਰਖ ਹੋਈ ਸ਼ਯਾਦ। ਸ਼ਯਾਦ ਕਹਿੰਦੇ ਨੇ ਸ਼ਿਕਾਰੀ, ਤੇ ਬੋਦੀਆਂ ਦਾ ਅਰਥ ਹੁੰਦਾ ਸਲਾਹਕਾਰ। ਔਰ ਦੇਖੋ, ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਇਸਤਰੀ ਨੂੰ ਸਭ ਤੋਂ ਪਹਿਲੋਂ ਬਰਾਬਰੀ ਦਾ ਦਰਜਾ ਦਿੱਤਾ, ਮਾੜਾ ਨਹੀਂ ਕਿਹਾ। ਪਰ ਜਿਹੜਾ ਮਾਹੌਲ ਸੀ, ਜਿਵੇਂ ਦਾ ਵਾਤਾਵਰਨ ਸੀ, ਅੱਜ ਵੀ ਹੈ ਕਿ ਘਰ ਦੇ ਵਿੱਚ ਸੱਸ ਹੈ, ਬਜ਼ੁਰਗ ਦਾਦੀ ਸੱਸ ਹੈ। ਦਾਦੀ ਸੱਸ ਨੂੰ ਤਾਂ ਕਿਹਨੇ ਪੁੱਛਣਾ, ਸੱਸ ਆਈ ਜਿਹੜੀ ਨੂੰਹ, ਉਹਨੇ ਸੱਸ ਦਾ ਮੰਜਾ ਵੀ ਇੱਕ ਪਾਸੇ ਕਰ ਦਿੱਤਾ ਕਿ ਹੁਣ ਮੇਰੀ ਸਲਾਹ ਚੱਲੇਗੀ, ਮੇਰੀ ਮਰਜ਼ੀ ਕਰੇਗੀ, ਜੋ ਮੈਂ ਕਹਾਂ ਤੂੰ ਉਹੀ ਕਰਨਾ ਹੈ। ਜਦੋਂ ਵੱਡਿਆਂ ਦੀ ਪੁੱਛ-ਗਿੱਛ ਘਰ ਦੇ ਵਿੱਚ ਨਾ ਹੋਵੇ ਤੇ ਫਿਰ ਗੁਰੂ ਸਾਹਿਬ ਨੂੰ ਇਹ ਬਚਨ ਉੱਥੇ ਵਰਤਣੇ ਪਏ। ਰੰਨਾਂ ਹੋਈਆਂ ਬੋਦੀਆਂ ਸਲਾਹਕਾਰ ਹੋ ਗਈਆਂ, ਪੁਰਖ ਹੋਏ ਸ਼ਯਾਦ, ਤੇ ਪੁਰਸ਼ ਜਿਹੜੇ ਨੇ ਉਹ ਸ਼ਿਕਾਰੀ ਹੋ ਗਏ। ਸਲਾਹ ਬਿਨਾਂ ਸੋਚੇ ਸਮਝੇ ਤੋਂ ਮੰਨਦੇ ਵੀ ਨੇ, ਕਰਦੇ ਵੀ ਨੇ ਕਿ ਸਲਾਹ ਕੀ ਘਰ ਤੋਂ ਮਿਲਦੀ ਹੈ। ਕਿ ਜੇ ਮੰਤਰੀ ਲੁੱਟ ਕੇ ਖਾ ਗਏ, ਤੂੰ ਪਿੱਛੇ ਕਿਉਂ ਰਵੇਂ? ਜੇ ਉਹਨਾਂ ਦੇ ਘਰ ਆਇਆ ਲੁੱਟ ਖਸੁੱਟ ਦਾ ਮਾਲ, ਤੇਰੇ ਘਰ ਕਿਉਂ ਨਾ ਹੋਵੇ? ਇਵੇਂ ਦੇ ਸ਼ਿਕਾਰੀ ਹੋ ਗਏ। ਘਰਾਂ ਦੇ ਵਿੱਚ ਖਾਣਾ ਉਹ ਬਣਨ ਲੱਗਿਆ ਜਿਹੜਾ ਬਣਨਾ ਨਹੀਂ ਚਾਹੀਦਾ ਸੀ, ਜਿਹਨੂੰ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਨੇ, ਕਿਉਂਕਿ ਲੋਕ ਭੁੱਲ ਗਏ ਧਰਮ ਨੂੰ। ਕਿ ਹੱਕ ਪਰਾਇਆ ਨਾਨਕਾ, ਉਸ ਸੂਵਰ ਉਸ ਗਾਏ, ਗੁਰ ਪੀਰ ਹਾਮਾ ਤਾਂ ਪਰੈ, ਜਾਂ ਮੁਰਦਾਰ ਨਾ ਖਾਏ। ਪਰ ਘਰ ਦੇ ਵਿੱਚੋਂ ਸਲਾਹ ਮਿਲੀ, ਗੁਰੂ ਸਾਹਿਬ ਨੇ ਬਚਨ ਕਹੇ। ਕਹਿੰਦੇ ਰੰਨਾਂ ਹੋਈਆਂ ਬੋਦੀਆਂ, ਪੁਰਖ ਹੋਏ ਸ਼ਯਾਦ, ਸੀਲ ਸੰਜਮ ਸੁਚ ਭੰਨੀ, ਖਾਣਾ ਖਾਜ ਆਹਾਜ। ਕਿਤੇ ਸੋਚ ਨਹੀਂ ਰਹੀ, ਕਿਤੇ ਆਚਰਨ ਨਹੀਂ ਰਿਹਾ, ਕਿਤੇ ਸੰਜਮ ਨਹੀਂ ਰਿਹਾ। ਤੇ ਖਾਣਾ ਖਾਜ ਆਹਾਜ ਦਾ ਅਰਥ ਹੈ ਉਹ ਕੁਝ ਖਾਧਾ ਜਾਂਦਾ, ਬਣਾਇਆ ਜਾਂਦਾ ਜੋ ਨਹੀਂ ਬਣਾਉਣਾ ਚਾਹੀਦਾ। ਕਿਸੇ ਦਾ ਖੂਨ ਨਿਚੋੜ ਕੇ। ਫਿਰ ਨਾਲ ਬਚਨ ਕਹਿ ਦਿੱਤੇ, ਕਹਿੰਦੇ ਸ਼ਰਮ ਗਿਆ ਘਰ ਆਪਣਾ, ਪੱਤ ਉੱਠ ਚੱਲੀ ਨਾਲ। ਇੱਜ਼ਤ ਵਾਲੀ ਗੱਲ ਕੋਈ ਰਹੀ ਨਹੀਂ, ਸ਼ਰਮ ਵਾਲੀ ਗੱਲ ਨੇੜੇ ਤੇੜੇ ਨਹੀਂ ਰਹੀ। ਇਹ ਉਸ ਵੇਲੇ ਘਰਾਂ ਪਰਿਵਾਰਾਂ ਦੀ ਹਾਲਤ ਸੀ। ਤੇ ਸਾਡਾ ਧਰਮ ਉਸ ਵੇਲੇ ਕਿਵੇਂ ਦਾ ਸੀ? ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਬਚਨ ਨੇ। ਕਹਿੰਦੇ ਧਰਮ ਦੇ ਜਿਹੜੇ ਆਗੂ ਸਨ, ਜਿਨ੍ਹਾਂ ਨੇ ਧਰਮ ਦੀ ਗਵਾਹੀ ਕਰਨੀ ਸੀ, ਜਿਨ੍ਹਾਂ ਨੇ ਧਰਮ ਦੀ ਜਾਣਕਾਰੀ ਦੇਣੀ ਸੀ, ਕਹਿੰਦੇ ਉਹ ਆਪ ਹੀ ਤਿੰਨੇ ਜਿਹੜੇ ਨੇ, ਤਿੰਨ ਹੀ ਆਗੂ ਸਨ। ਇੱਕ ਕਾਦੀ ਸੀ, ਦੂਜਾ ਬ੍ਰਾਹਮਣ ਸੀ, ਤੇ ਤੀਜਾ ਉਸ ਵੇਲੇ ਦਾ ਜੋਗੀ ਸੀ। ਸਤਿਗੁਰੂ ਕਹਿੰਦੇ ਨੇ, ਦੇਖੋ ਕਾਦੀ ਜਿਹੜਾ ਹੈ, ਉਸ ਵੇਲੇ ਦਾ ਕਾਦੀ ਤੇ ਅੱਜ ਦਾ ਜੱਜ ਕਹਿ ਲਈਏ, ਕਿ ਜਿਹੜਾ ਫੈਸਲਾ ਕੀਤਾ ਜਾਂਦਾ ਸੀ, ਕਾਦੀ ਕੁਰਾਨ ਦੇ ਮੁਤਾਬਕ ਜਿਹੜਾ ਸੱਚਾ ਹੈ, ਚੰਗੀ ਤਰ੍ਹਾਂ ਘੋਖ ਕਰਕੇ
ਉਸੇ ਮੁਤਾਬਕ ਫੈਸਲਾ ਸੁਣਾਉਂਦਾ ਸੀ। ਪਰ ਕਾਦੀ ਰਿਸ਼ਵਤਖੋਰੀ ਹੋ ਗਏ ਕਿ ਜਿਹੜਾ ਸੱਚਾ ਉਹਨੂੰ ਫਾਂਸੀ ਚੜਾ ਦੇਣਾ, ਜਿਹੜਾ ਝੂਠਾ ਹੈ ਉਹਦੇ ਤੋਂ ਰਿਸ਼ਵਤ ਲੈ ਕੇ ਉਹਨੂੰ ਬਰੀ ਕਰ ਦੇਣਾ। ਅੱਜ ਵੀ ਹੁੰਦਾ ਹੈ ਨਾ ਜੀ। ਸਤਿਗੁਰੂ ਜੀ ਕਹਿੰਦੇ ਨੇ ਕਾਦੀ ਕੂੜ ਬੋਲ ਮਲ ਖਾਏ। ਹੁਣ ਕਾਦੀ ਕੂੜ ਬੋਲ ਮਲ ਖਾਏ, ਪਹਿਲੋਂ ਪੰਕਤੀ ਸਾਂਝੀ ਕਰਦੇ, ਤਿੰਨਾਂ ਦਾ ਜ਼ਿਕਰ ਹੈ ਉੱਤੇ। ਕਾਦੀ ਕੂੜ ਬੋਲ ਮਲ ਖਾਏ, ਬ੍ਰਾਹਮਣ ਨਹਾਵੇ ਜੀਆਂ ਘਾਏ, ਜੋਗੀ ਜੁਗਤ ਨਾ ਜਾਣੇ ਅੰਧ, ਤਿੰਨੇ ਉਜਾੜੇ ਕਾ ਬੰਦ। ਉਦੋਂ ਤਿੰਨ ਹੀ ਸਨ, ਅੱਜ ਚੌਥਾ ਸੀ ਆਪਣੇ ਆਪ ਨੂੰ ਵਿੱਚ ਜੋੜ ਲਈਏ ਸਿੱਖ ਨੂੰ ਹੀ। ਔਰ ਬੇਨਤੀ ਕਰਨੀ ਕਿ ਕਾਦੀ ਕੂੜ ਕਿਵੇਂ ਬੋਲਦਾ ਹੈ, ਕਾੜੀ ਉਸ ਵੇਲੇ ਝੂਠ ਦੀ ਰਿਸ਼ਵਤ ਦੀ ਮੈਲ ਕਿਵੇਂ ਖਾਂਦਾ ਕਿ ਮੇਰਾ ਆਕਾ ਖੁਸ਼ ਹੋਣਾ ਚਾਹੀਦਾ ਹੈ, ਮੇਰੀ ਕੁਰਸੀ ਬਚਣੀ ਚਾਹੀਦੀ ਹੈ, ਕਿ ਮੈਂ ਜੋ ਕੁਛ ਕਹਾਂ ਬਸ ਆਪਣੇ ਜਿਹੜਾ ਮੇਰਾ ਆਕਾ ਹੈ ਜਾਂ ਜਿਹੜਾ ਮੇਰਾ ਬਾਦਸ਼ਾਹ ਹੈ ਜਿਹਦੇ ਕੋਲ ਮੈਂ ਨੌਕਰੀ ਕਰਨੀ ਹੈ, ਇਹਨਾਂ ਕੁਛ ਮਿਲਦਾ ਉਹ ਖੁਸ਼ ਹੋਣਾ ਚਾਹੀਦਾ ਹੈ। ਤੇ ਫਤਵਾ ਕੀ ਸੁਣਾਉਂਦਾ ਹੈ ਬਾਬਾ ਕਬੀਰ ਜੀ ਵਰਗੇ, ਜਿਹੜੇ ਕਹਿੰਦੇ ਨੇ ਕਿ ਕਬੀਰ ਮੇਰੀ ਸਿਮਰਣੀ ਰਸਨਾ ਉੱਪਰ ਰਾਮ, ਜਿਨ੍ਹਾਂ ਨੇ ਕੇਵਲ ਇਸ ਜ਼ਬਾਨ ਨੂੰ ਹੀ ਸਿਮਰਨੀ ਬਣਾ ਲਿਆ, ਹਰ ਵੇਲੇ ਰਾਮ ਰਾਮ ਜਪਣ ਵਾਲੇ ਨੇ। ਇਹ ਕਾਦੇ ਕੂੜ ਬੋਲ ਕੇ ਫਤਵਾ ਦਿੰਦਾ ਕਿ ਇਸ ਕਬੀਰ ਨੂੰ ਬੰਨ੍ਹ ਕੇ ਹਾਥੀ ਅੱਗੇ ਸੁੱਟ ਦਿਓ। ਭਗਤ ਜੀ ਦੇ ਆਪਣੇ ਪਾਵਨ ਬਚਨ ਨੇ ਕਿ ਦੇਖੋ ਜਿਹੜੀ ਆਪਾਂ ਬੇਨਤੀ ਸ਼ੁਰੂ ਤੋਂ ਕੀਤੀ, ਸੁਣੀ ਪੁਕਾਰ ਦਤਾਰ ਪ੍ਰਭ, ਉਹ ਕਿਹੜੀ ਧਰਤੀ ਸੀ? ਅਸਲ ਵਿੱਚ ਉਹ ਬਾਬਾ ਕਬੀਰ ਜੀ ਪੁਕਾਰ ਕੇ ਕਹਿੰਦੇ ਸਨ ਕਿ ਕਾਦੇ ਕੂੜ ਬੋਲ ਕੇ ਮੈਲ ਖਾਂਦਾ ਹੈ। ਤੇ ਕੂੜ ਕਿਉਂ ਬੋਲਦਾ ਜੀ? ਜਿੱਥੇ ਬਾਬਾ ਕਬੀਰ ਜੀ ਨੇ ਪਾਵਨ ਬਚਨ ਕਹੇ ਕਿ ਕਿਆ ਅਪਰਾਧ ਸੰਤ ਹੈ ਕੀਨਾ, ਵੀ ਦੱਸੋ ਸਹੀ ਮੇਰੇ ਤੋਂ ਪਾਪ ਕੀ ਹੋਇਆ, ਮੈਂ ਅਪਰਾਧ ਕੀ ਕਰ ਦਿੱਤਾ। ਕਾਦੇ ਜਿਹੜਾ ਕੂੜ ਬੋਲਦਾ ਹੈ ਅੱਗੇ ਸੁੱਟਦਾ, ਕਿਉਂ ਸੁੱਟਦਾ, ਅਪਰਾਧ ਕੀ ਸੀ ਬਾਬਾ ਜੀ ਦਾ? ਭਗਤ ਕਬੀਰ ਜੀ ਦਾ ਅਪਰਾਧ ਇੱਕੋ ਹੀ ਸੀ। ਉਹ ਕਹਿੰਦੇ ਸਨ ਕਿ ਪੰਡਿਤ ਮੁੱਲਾ ਜੋ ਲਿਖ ਦਿਆ, ਛਾੜ ਚਲੇ ਹਮ ਕਛੂ ਨ ਲੀਆ। ਕਾਦੇ ਕੂੜ ਬੋਲ ਕੇ ਮੈਲ ਖਾਂਦਾ ਕਿ ਇਹਨੇ ਮੁੱਲਾ ਨੂੰ ਗਲਤ ਕਿਹਾ, ਇਹਨੇ ਕਾਦੀ ਨੂੰ ਗਲਤ ਕਿਹਾ, ਕਾਦੀ ਦੀ ਮੁੱਲਾ ਦੀ ਤੋਹੀਨ ਕੀਤੀ ਹੈ। ਬਾਬਾ ਕਬੀਰ ਜੀ ਦਾ ਕਸੂਰ ਕੀ ਸੀ? ਕਿਉਂਕਿ ਕਹਿੰਦੇ ਸਨ ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ। ਕਾਦੀ ਉਸ ਵੇਲੇ ਤਾਂ ਕਹਿੰਦਾ ਸੀ ਕਿ ਸ਼ਾਇਦ ਰੱਬ ਤੋਂ ਬਾਅਦ, ਖੁਦਾ ਤੋਂ ਬਾਅਦ ਮੈਂ ਹੀ ਹਾਂ, ਸਭ ਤੋਂ ਵੱਡਾ ਮੈਂ ਹੀ ਹਾਂ। ਬ੍ਰਾਹਮਣ ਕਹਿੰਦਾ ਸੀ ਕਿ ਮੇਰੇ ਜਿੱਡਾ ਵੱਡਾ ਕੋਈ ਹੋ ਹੀ ਨਹੀਂ ਸਕਦਾ। ਬਾਬਾ ਕਬੀਰ ਜੀ ਕਹਿੰਦੇ ਨੇ ਤੁਸੀਂ ਕਹੀ ਜਾਓ, ਲੋਕ ਤੁਹਾਡੇ ਪਿੱਛੇ ਲੱਗ ਜਾਣਗੇ। ਔਰ ਸਤਿਗੁਰੂ ਦਾ ਪਾਵਨ ਬਚਨ ਵੀ ਹੈ, ਬਾਬਾ ਕਬੀਰ ਜੀ ਨੇ ਇਹ ਵੀ ਕਿਹਾ ਕਿ ਬਾਹਮਣ ਗੁਰੂ ਹੈ ਜਗਤ ਕਾ, ਸੰਸਾਰ ਦਾ ਲੋਕਾਂ ਦਾ ਗੁਰੂ ਹੋਏਗਾ, ਬਣਿਆ ਰਵੇ, ਪਰ ਭਗਤਨ ਕਾ ਗੁਰੂ ਨਾ ਹੈ। ਅਸੀਂ ਤੇਰੀ ਗਈ ਗੱਲ ਛੱਡ ਦਿੱਤੀ, ਜੋ ਕੁਛ ਤੂੰ ਲਿਖਿਆ ਲਿਖੀ ਰੱਖ, ਜੋ ਕੁਛ ਤੂੰ ਕਹਿਣਾ ਕਹੀ ਜਾ। ਪੰਡਤ ਮੁੱਲਾ ਜੋ ਲਿਖ ਦਿਆ, ਛਾੜ ਚਲੇ ਹਮ ਕਛੂ ਨਾ ਲੀਆ। ਤੇਰਾ ਤੇ ਸਾਡਾ ਝਗੜਾ ਕੀ ਹੈ? ਤੇ ਕਾਦੇ ਕੂੜ ਬੋਲ ਕੇ ਉੱਥੇ ਸਾਬਤ ਕਰਦਾ ਹੈ ਕਿ ਕਬੀਰ ਜੀ ਨੇ ਕਾਦੀ ਨੂੰ ਗਲਤ ਕਿਹਾ, ਇਸਲਾਮ ਦੇ ਉਲਟੇ ਨੇ ਗੱਲ ਕਹੀ ਹੈ। ਜਿਹੜਾ ਕਹਿੰਦਾ ਕਿ ਜੇ ਸਾਰੇ ਇੱਕ ਨੂਰ ਤੋਂ ਪੈਦਾ ਹੋਏ ਨੇ, ਫਿਰ ਕਾਦੀ ਸਭ ਤੋਂ ਵੱਡਾ ਕਿਉਂ ਤੇ ਬ੍ਰਾਹਮਣ ਸਭ ਤੋਂ ਵੱਡਾ ਕਿਉਂ ਹੈ? ਔਰ ਬਾਬਾ ਕਬੀਰ ਜੀ ਤੇ ਬੇਨਤੀ ਬਚਨ ਨੇ, ਪਰ ਸੁਣੀ ਪੁਕਾਰ ਦਾ ਤਾਰ ਪ੍ਰਭ, ਗੁਰੂ ਨਾਨਕ ਜਗ ਮਾਹੇ ਪਠਾਇਆ। ਉਹ ਪੁਕਾਰ ਇਹ ਸੀ ਕਿ ਫਤਵਾ ਲਾ ਦਿੱਤਾ, ਕਸੂਰ ਕੋਈ ਨਹੀਂ, ਪਾਪ ਕੋਈ ਨਹੀਂ, ਅਪਰਾਧ ਕੋਈ ਨਹੀਂ, ਕਿ ਇਹਨੂੰ ਬੰਨੋ, ਹਾਥੀ ਦੇ ਅੱਗੇ ਸੁੱਟੋ। ਮੁਹਾਵਤ ਨੂੰ ਹੁਕਮ ਦਿੰਦੇ ਨੇ ਕਿ ਇਹਦੇ ਉੱਤੇ ਪੈਰ ਰੱਖ ਕੇ ਇਹਦੀ ਜੀਵਨ ਲੀਲਾ ਖਤਮ ਕਰ। ਉੱਥੇ ਪਾਵਨ ਬਚਨ ਨੇ ਕਹਿੰਦੇ ਪੂਜਾ ਬਾਂਧ ਭਿਲਾ ਕਰ ਡਾਰਿਓ। ਭਿਲਾ ਕਹਿੰਦੇ ਨੇ ਡਲੇ ਦੀ ਤਰ੍ਹਾਂ, ਜਿਵੇਂ ਮਿੱਟੀ ਹੁੰਦੀ ਹੈ, ਪੋਟਲੀ ਬਣਾ ਕੇ ਪੰਡ ਬੰਨ੍ਹ ਕੇ ਅੱਗੇ ਸੁੱਟ ਦਿੱਤਾ। ਪੂਜਾ ਬਾਂਧ ਭਿਲਾ ਕਰ ਡਾਰਿਓ, ਹਸਤੇ ਕਰੋਪ ਮੂੰਡ ਮਹਿ ਮਾਰਿਓ। ਗੁੱਸੇ ਵਿੱਚ ਆ ਕੇ ਹਾਥੀ ਦੇ ਸਿਰ ਦੇ ਵਿੱਚ ਮੁਹਾਵਤ ਕੁੰਡਾ ਮਾਰਦਾ ਹੈ। ਪਰ ਕਹਿੰਦੇ ਨੇ ਹਾਥੀ ਨੂੰ ਤਾਂ ਸਮਝ ਲੱਗ ਗਈ
कि किंदे उत्ते पैर रखा किनू लताड़ा। ये तो रब का बंदा है जिहड़ा कहंदा सारिਆਂ 'ਚ जोत इक्को है, जिहड़ा कहंदा सारिਆਂ 'ਚ नूर इक्को दा है। उत्थे कहंदे ने सतगुरु जी की बाणी भगत जी की अपनी, कहंदे हस्त भाग कै चीसा मारै या मूरत कै हों बलिहारै। हाथी ते नमस्कार करके चीका मार के उतों भज गया कि तुसीं जिन्नू लताड़न वास्ते मारन वास्ते कहंदे मैं तेन तो बलिहार जावां। पर उत्थे बाबा कबीर जी ने फिर बचन किया, कहंदा क्या अपराध संत है कि ना, बांध पोट कुंचर को दीना। दसो तुसीं अपराध की है, क्यों बन के अगे रख दिता। कहंदे कुंचर पोट लै लै नमस्कार है। हाथी ते उस पोट नूं, उस गंढ नूं, बन्नी हुई गंढ नूं नमस्कारा करदा कि रब दी जोत है, ये रब दा नूर है। पर कहंदे बुझे नहीं काजी अंधियारे, क्योंकि रिश्वत दी मैल अंदर गई है ना। काजी नूं नहीं समझ आई। सुनी पुकार दतार प्रभ, गुरु नानक जग माहे पठाया। केड़ी पुकार सी जी, केड़ी धरती ने पुकारिया। देखो भगत नामदेव जी ने पुकार की। सतगुरु जी ने पावन बचन कहे ने कि ये भगतां ने अपनी जात का होमे वाला रोग अंदरों कढ़ दिता सी। पर जदों लोग फिर कहंदे ने कि तू शिंबा है, तू शूद्र है, तू नीवी जात वाला, तू मंदिर च नहीं जा सकता। ते भगत नामदेव जी ने फिर पुकार करके क्या कि हे रब जी हुण आ, ये धरती तेनों पुकारदी आके इन्हां नूं कुछ समत दे कि तेरे बनाए हुए बंदे नूं शूद्र कह के ये धक्के मार के मंदिर चों भी बाहर कढ़दे ने। मैं सुनिया सी रब ठाकर द्वारे च है। उत्थे पुकार की गई कि हस्त खेलत तेरे देहरे आया, भगत करत नामा पकड़ उठाया। ते जदों पकड़ उठाया कहंदे फिर उलांभा भी दिता, हिनड़ी जात मेरी जात मराया। जादम कृष्ण जी तू जादम है, तू जादवां दे घर विच पैदा होया है, ते मेरी जात इन्नी नीवी हिंडड़ी क्यों। हिनड़ी जात मेरी जात मराया, छिपे के जन्म काहे को आया। जे ये लोग कहते ने कि नीवीं जात इन्नी माड़ी है, इहदे च कोई रब का नां ही नहीं लै सकता। तो भगवान जी दसो फिर मैनू इस जात दे विच पैदा क्यों किया, मैं इस जात विच आया ही क्यों। देखो फिर बेनती करा, भगतां ने जात पात कोई नहीं मन्नी, क्योंकि भगत कबीर जी नूं भी लोगों ने कहा सी ये शूद्र है। पर बाबा कबीर जी कहते ने फिर की होया, तुसीं कही जाओ। क्योंकि बाबा कबीर जी कहते ने इस जात नूं ते मैं बलिहार जावां कि जिहड़ी जात दे विच जन्म लैके मैनूं रब चेते आउंदा है। बलिहारी यह जात को जिह जप्यो सिरजणहार। जिहड़ी जात विच जन्म लैके जिन्हों रब चेते आ जाए उस जात तो मैं बलिहार जाना। और गुरु अमरदास महाराज जी ने सानू समझाया कि जात का गर्व न कर मूर्ख गवारा। जात का हंकार न करी, रब की बनाई हुई जात है। और उत्थे पुकार की भगत नामदेव जी कहते ने, हिनड़ी जात मेरी जात मराया, छिपे के जन्म काहे को आया। लै कमले चलियो पलटाए, देहरे पाछे बैठा जाए। हुण भगत नूं तो पता सी जिथे बह जाइए रब उत्थे ही है। मंदिर के पिछे जाके बह गए। तो भावें देखो साडे प्रचारक ਜਾਂ कुछ लोग कही जाते हैं ये किवें हो सकता है, पर उस स्थान पर अज भी जाओ लोगों का अज भी मनना है कि मंदिर का मूँह घूमिया सी। हुण जे तो भावर्थ भावें ये होण कि गुरु साहिब जी ने परमेश्वर ने कृपा की, उन्हां ब्राह्मणां दा पंडितां दा अंदर वाला मूँह मोड़ दिता, उन्हां दी विचार बदल दिती। पर उत्थे पावन बचन ने कि लै कमले चलियो पलटाए, देहरे पाछे बैठा जाए। ज्यों ज्यों नामा हर गुण उचरै, भगत जना को देहरा फिरै। जेड़ा जपे भगत दा परमेश्वर दा ते मूँह है ही उस ठाकर दे द्वारे दा मूँह है ही उस पासे।
ਕਹਿੰਦੇ ਜਿਵੇਂ ਜਿਵੇਂ ਉਹ ਉਚਾਰਨ ਕਰਦੇ ਨੇ ਉੱਥੇ ਮੂੰਹ ਬਦਲਦਾ ਹੈ। ਸੁਣੇ ਪੁਕਾਰ ਦਾਤਾਰ ਪ੍ਰਭ, ਅਸਲ ਵਿੱਚ ਇਹ ਪੁਕਾਰ ਸੀ। ਹੁਣ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਸੰਸਾਰ ਦੇ ਵਿੱਚ ਭੇਜਿਆ, ਇਹ ਪੁਕਾਰ ਦਾਤਾਰ ਨੇ ਸੁਣੀ। ਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਫਿਰ ਬਚਨ ਕੀਤੇ ਕਿ ਗੁਰੂ ਨਾਨਕ ਸਾਹਿਬ ਜੀ ਕਿਤੇ ਦੂਰ ਨਹੀਂ ਸਨ। ਸਤਿਗੁਰੂ ਨਾਨਕ ਪ੍ਰਗਟਿਆ, ਮਿੱਟੇ ਧੁੰਦ ਜਗ ਚਾਨਣ ਹੋਵਾ। ਪੁਕਾਰ ਸੁਣ ਕੇ ਜਦੋਂ ਇੱਥੇ ਪ੍ਰਗਟ ਹੋਏ ਨੇ, ਫਿਰ ਇੱਥੇ ਮਿੱਟੀ ਧੁੰਦ ਕੀ ਸੀ ਤੇ ਚਾਨਣ ਕਿਹੜਾ ਹੋਇਆ। ਫਿਰ ਬੇਨਤੀ ਕਰਦੇ ਹਾਂ, ਮਿੱਟੇ ਧੁੰਦ ਜਗ ਚਾਨਣ ਜਿੱਥੇ ਕਿਹਾ, ਜਿੱਥੇ ਕੂੜ ਦੀ ਮੱਸਿਆ ਕਹੀ। ਦੇਖੋ ਮੱਸਿਆ ਜਿੰਨੀ ਮਰਜ਼ੀ ਰਾਤ ਕਾਲੀ ਹੋਏ, ਜਿੰਨਾ ਮਰਜ਼ੀ ਹਨੇਰਾ ਹੋਏ, ਉਹਦਾ ਮਾੜਾ ਜਿਹਾ ਦੀਵਾ ਬਾਲੋ, ਗੱਡੇ ਦੀ ਲਾਈਟ ਬਾਲੋ, ਉਹ ਹਨੇਰਾ ਦੂਰ ਹੋ ਜਾਂਦਾ ਹੈ। ਪਰ ਇਹ ਜਿਹੜੀ ਮਿੱਟੀ ਧੁੰਦ ਜਗ ਸ਼ਬਦ ਵਰਤਿਆ, ਮਿੱਟੀ ਧੁੰਦ, ਧੁੰਦ ਵੀ ਰਾਤ ਵਰਗੀ ਹੈ ਪਰ ਹੈ ਚਿੱਟੀ। ਰਾਤ ਦਾ ਹਨੇਰਾ ਖਤਰਨਾਕ ਹੈ, ਪਰ ਇਹ ਜਿਹੜੀ ਧੁੰਦ ਚਿੱਟੀ ਧੁੰਦ ਹੈ, ਚਿੱਟਾ ਹਨੇਰਾ, ਇਹ ਉਸ ਤੋਂ ਵੀ ਜ਼ਿਆਦਾ ਖਤਰਨਾਕ ਹੈ। ਇਹ ਚਿੱਟੀ ਧੁੰਦ ਕਿਹੜੀ ਸੀ ਜੀ? ਇਹ ਜਿਹੜੇ ਧਰਮ ਦੇ ਆਗੂ ਬਣ ਬੈਠੇ, ਧਰਮ ਦੇ ਨਾਂ 'ਤੇ ਜਿਹੜੇ ਲੋਕਾਂ ਨੂੰ ਠੱਗਣ ਲੱਗ ਪਏ, ਔਰ ਇਹਨੂੰ ਸਮਾਂ ਪਾ ਕੇ ਚਿੱਟੀ ਸਿਉਂਕ ਸ਼ਬਦ ਵੀ ਵਰਤਿਆ ਗਿਆ। ਅਸਲ ਵਿੱਚ ਜਿੰਨਾ ਪਖੰਡ ਸੀ ਇਹਨੂੰ ਕਿਹਾ ਗਿਆ ਕਿ ਇਹ ਧੁੰਦ ਹੈ। ਪਰ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਜਦੋਂ ਮੇਰੇ ਧੰਨ ਗੁਰੂ ਨਾਨਕ ਸਾਹਿਬ ਜੀ ਪ੍ਰਗਟ ਹੋਏ, ਇਹ ਵਹਿਮਾਂ ਦਾ ਭਰਮਾਂ ਦਾ ਜਿੰਨਾ ਧੁੰਦ ਸੀ, ਹਨੇਰਾ ਸੀ, ਇਹ ਸਾਰੇ ਦੂਰ ਹੋ ਗਿਆ। ਸਤਿਗੁਰੂ ਨਾਨਕ ਪ੍ਰਗਟਿਆ, ਮਿੱਟੀ ਧੁੰਦ ਜਗ ਚਾਨਣ ਹੋਵਾ। ਤੇ ਕਿਵੇਂ ਹੋਇਆ? ਕਹਿੰਦੇ ਜਿਉਂ ਕਰ ਸੂਰਜ ਨਿਕਲਿਆ, ਤਾਰੇ ਛਪੇ ਅੰਧੇਰ ਭੁਲੋਵਾ। ਇਹਦਾ ਮਤਲਬ ਇਹ ਨਹੀਂ ਕਿ ਉਹ ਜਿਹੜੇ ਕਰਮਕਾਂਡੀ ਸਨ, ਵਹਿਮੀ ਸਨ, ਭਰਮੀ ਸਨ, ਕਿਤੇ ਚਲੇ ਗਏ। ਦੇਖੋ ਜਿਹੜੇ ਤਾਰੇ ਨੇ, ਤਾਰੇ ਕਦੇ ਕਿਸੇ ਪਾਸੇ ਜਾਂਦੇ ਥੋੜ੍ਹੀ ਨੇ। ਤਾਰੇ ਤੇ ਅਸਮਾਨ ਵਿੱਚ ਹੁਣ ਵੀ ਨੇ, ਪਰ ਨਜ਼ਰ ਕਿਉਂ ਨਹੀਂ ਆਉਂਦੇ? ਕਿਉਂਕਿ ਸੂਰਜ ਚੜ੍ਹ ਗਿਆ, ਸੂਰਜ ਦਾ ਪ੍ਰਕਾਸ਼ ਜ਼ਿਆਦਾ ਹੈ। ਇਹ ਵਹਿਮੇ ਭਰਮੇ ਉਦੋਂ ਵੀ ਸਨ, ਪਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਗਿਆਨ ਦਾ ਚਾਨਣ ਹੀ ਐਸਾ ਕੀਤਾ ਕਿ ਇਹ ਜਿਹੜੇ ਵਹਿਮੀ ਸਨ, ਭਰਮੀ ਲੋਕ ਸਨ, ਲੋਕਾਂ ਨੂੰ ਆਪਣੇ ਪਿੱਛੇ ਲਾਉਣ ਵਾਲੇ ਸਨ, ਇਵੇਂ ਲੱਗਦਾ ਸੀ ਜਿਵੇਂ ਕਿਸੇ ਪਾਸੇ ਜਾ ਕੇ ਲੁਕ ਗਏ ਹੋਣ। ਇਹਨਾਂ ਦਾ ਬੋਲਬਾਲਾ ਖਤਮ ਕੀਤਾ। ਜਿਉਂ ਕਰ ਸੂਰਜ ਨਿਕਲਿਆ, ਤਾਰੇ ਛਪੇ ਅੰਧੇਰ ਭਲੋਆ। ਔਰ ਸਤਿਗੁਰੂ ਜੀ ਨੇ ਅੱਜ ਕਿਰਪਾ ਕੀਤੀ, ਜਦੋਂ ਸਾਈਂ ਨੇ ਪੁਕਾਰ ਸੁਣੀ, ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਅੱਜ ਪ੍ਰਕਾਸ਼ ਹੈ, ਉਹਨਾਂ ਦਾ ਪ੍ਰਕਾਸ਼ ਹੋਣਾ ਹੈ। ਤੇ ਜਿਹੜੇ ਸਤਿਗੁਰੂ ਜੀ ਦਾ ਪ੍ਰਕਾਸ਼ ਹੋਣਾ ਹੈ, ਤੇ ਦੇਖੋ ਸਤਿਗੁਰੂ ਜੀ ਨੇ ਪਾਵਨ ਬਚਨ ਬਾਣੀ ਦੇ ਵਿੱਚ ਕਹੇ ਨੇ, ਜਿਹੜੀ ਥਾਂ 'ਤੇ ਉਹਨਾਂ ਨੇ ਆ ਕੇ ਸੱਜਣਾ ਹੈ, ਜਿਹੜੇ ਰਾਜ ਭੋਜ ਦੀ ਤਲਵੰਡੀ 'ਤੇ ਉਹਨਾਂ ਦਾ ਪ੍ਰਕਾਸ਼ ਹੋਣਾ ਹੈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਸ ਤੋਂ ਪਹਿਲੋਂ ਰੱਬ ਨੇ, ਪਰਮੇਸ਼ਰ ਨੇ ਮੀਂਹ ਪਾਇਆ ਕਿ ਜਿਵੇਂ ਕਿਸੇ ਨੇਤਾ ਨੇ ਆਉਣਾ ਹੋਵੇ, ਕਿਸੇ ਵੱਡੇ ਬੰਦੇ ਨੇ ਆਉਣਾ ਹੋਵੇ, ਤੇ ਆਮ ਪਾਣੀ ਤਰੌਂਕਿਆ ਜਾਂਦਾ ਸੀ, ਅੱਜ ਵੀ ਤਰੌਂਕਿਆ ਜਾਂਦਾ ਹੈ ਕਿ ਮਿੱਟੀ ਘੱਟਾ ਕਿਤੇ ਉੱਡੇ ਨਾ। ਔਰ ਦੇਖੋ ਕਈ ਵਾਰੀ ਬੇਨਤੀ ਕੀਤੀ, ਪਾਣੀ ਜਿਹੜਾ ਤਰੌਂਕਣਾ ਸੀ ਇਹ ਉਦੋਂ ਦੀ ਇੱਕ ਰੀਤ ਹੀ ਬਣ ਗਈ। ਉਦੋਂ ਤਾਂ ਇਹ ਸੀ ਕਿ ਮਿੱਟੀ ਘੱਟਾ ਨਾ ਉੱਡੇ, ਬੈਠ ਜਾਏ, ਪਰ ਉਹ ਰੀਤ ਸਾਡੇ ਲਈ ਇੱਕ ਸਿਰਫ ਪਖੰਡ ਬਣ ਕੇ ਰਹਿ ਗਈ ਕਿ ਪਾਣੀ ਦਾ ਇੱਕ ਤੁਬਕਾ ਅੱਗੇ ਜ਼ਰੂਰ ਪਾਉਣਾ, ਭਾਵੇਂ ਮੀਂਹ ਜਿੰਨਾ ਮਰਜ਼ੀ ਪੈਂਦਾ ਰਹੇ। ਤੇ ਜੇ ਪੁੱਛੀਏ ਕਿਉਂ, ਕਹਿੰਦੇ ਮਰਿਆਦਾ। ਜੇ ਪੁੱਛੀਏ ਭਾਈ ਕਿੱਥੇ ਲਿਖੀ, ਪਤਾ ਨਹੀਂ, ਪਰ ਤੁਸੀਂ ਪਾਉਣਾ ਹੈ। ਉੱਥੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਰੱਬ ਨੇ, ਪਰਮੇਸ਼ਰ ਨੇ ਜਿਵੇਂ ਛਿੜਕਾਅ ਕੀਤਾ, ਸਾਰੀ ਧਰਤੀ ਹਰਿਆਵਲੀ ਹੋ ਗਈ। ਔਰ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਭਾਵੇਂ ਸਤਿਗੁਰੂ ਜੀ ਨੇ ਤੇ ਬਾਣੀ ਵਿੱਚ ਵੀ ਲਿਖਿਆ ਹੈ ਕਿ ਸਾ ਧਰਤੀ ਪਈ ਹਰਿਆਵਲੀ, ਜਿੱਥੇ ਮੇਰਾ ਸਤਿਗੁਰੂ ਬੈਠਾ ਆਏ। ਨਾਲ ਕਹਿ ਦਿੱਤਾ, ਇਕੱਲੀ ਧਰਤੀ ਨਹੀਂ ਸੇ ਜੰਤ ਪਏ ਹਰਿਆਵਲੇ, ਜਿਨਨੇ ਮੇਰਾ ਸਤਿਗੁਰੂ ਦੇਖਿਆ ਜਾਏ। ਜਿਨ੍ਹਾਂ ਨੇ ਜਾ ਕੇ ਸਤਿਗੁਰੂ ਜੀ ਨੂੰ ਦੇਖਿਆ ਉਹ ਵੀ ਹਰੇ ਭਰੇ ਹੋ ਗਏ। ਔਰ ਦੇਖੋ ਸਤਿਗੁਰੂ ਜੀ ਨੇ ਜਿਹੜੇ ਪਾਵਨ ਬਚਨ ਅੱਗੇ ਕਹੇ, ਕਹਿੰਦੇ ਧੰਨ ਧੰਨ ਪਿਤਾ, ਧੰਨ ਧੰਨ ਕੁਲ, ਧੰਨ ਧੰਨ ਸੋ ਜਨਨੀ, ਜਿਨ ਗੁਰੂ ਜਣਿਆ ਮਾਏ।
ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਪ੍ਰਕਾਸ਼ ਹੋਣਾ, ਉਹਨਾਂ ਦੇ ਕੁੱਲ ਤੰਤਾਂ ਦੇ ਯੁੱਗ ਹੈ। ਤੇ ਕੁੱਲ ਦੇ ਵਿੱਚ ਦੇਖੋ ਪਿਤਾ ਕਾਲੂ ਮਹਿਤਾ ਜੀ ਨੇ, ਪਿਤਾ ਕਾਲੂ ਮਹਿਤਾ ਜੀ ਦੇ ਪਿਤਾ ਗੁਰੂ ਸਾਹਿਬ ਜੀ ਦੇ ਦਾਦਾ ਜਿਨ੍ਹਾਂ ਦਾ ਨਾਮ ਸ਼ਿਵ ਰਾਮ ਜੀ ਹੈ, ਦਾਦੀ ਧੰਨ ਨੇ ਜਿਨ੍ਹਾਂ ਦਾ ਨਾਮ ਬਨਾਰਸੀ ਦੇਵੀ ਹੈ। ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਕੁੱਲ ਧੰਨ ਹੈ, ਕੁੱਲ ਦੇ ਵਿੱਚ ਨਾਨਾ ਨੇ ਜਿਨ੍ਹਾਂ ਦਾ ਨਾਮ ਭਾਈ ਰਾਮਾ ਜੀ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਮਾਮਾ ਜੀ ਕ੍ਰਿਸ਼ਨਾ ਜੀ ਉਹ ਧੰਨ ਨੇ। ਧੰਨ ਪਿਤਾ ਨੇ ਜਿਹੜਾ ਕਾਲੂ ਮਹਿਤਾ ਕਲਿਆਣ ਦਾਸ ਵੀ ਨਾਂ ਕਾਲੂ ਚੰਦ ਵੀ ਕਿਹਾ ਗਿਆ, ਪਟਵਾਰੀ ਸਨ। ਧੰਨ ਹੈ ਕੁੱਲ ਦੇ ਵਿੱਚ ਉਹ ਸਤਿਗੁਰੂ ਜੀ ਦੇ ਚਾਚਾ ਜੀ ਨੂੰ ਕਦੇ ਨਾ ਭੁੱਲੀਏ ਕਿ ਜਿਨ੍ਹਾਂ ਦਾ ਨਾਮ ਭਾਈ ਲਾਲੂ ਜੀ ਹੈ। ਸਤਿਗੁਰੂ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਮਾਤਾ ਜਗਤ ਮਾਤਾ ਜਿਹੜੇ ਨੇ ਮਾਤਾ ਤ੍ਰਿਪਤਾ ਜੀ ਧੰਨ ਨੇ। ਔਰ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਮਾਤਾ ਜਿਨ੍ਹਾਂ ਦਾ ਨਾਂ ਤ੍ਰਿਪਤਾ ਹੈ, ਜਦੋਂ ਪ੍ਰਕਾਸ਼ ਹੋਣਾ ਹੈ ਤੇ ਉਦੋਂ ਲੱਗਦਾ ਸੀ ਕਿ ਸੱਚਮੁੱਚ ਇਹ ਤ੍ਰਿਪਤ ਹੋ ਗਏ ਨੇ ਹਰ ਪਾਸਿਓਂ, ਕਿ ਜਿਹੜੇ ਸੋਨੇ ਦੇ ਗਹਿਣੇ ਕਰਕੇ ਜਿਹੜੇ ਮੰਨਿਆ ਜਾਂਦਾ ਸੀ ਕਿ ਇਸਤਰੀ ਦੀ ਬੀਬੀ ਦੀ ਇੱਕ ਖੂਬਸੂਰਤੀ ਹੈ, ਤੇ ਉਸ ਖੂਬਸੂਰਤੀ ਨੂੰ ਇਹ ਗਹਿਣੇ ਹੋਰ ਚਮਕਾਉਂਦੇ ਨੇ। ਪਰ ਮਾਤਾ ਤ੍ਰਿਪਤਾ ਜੀ ਨੇ ਕੁਝ ਦਿਨ ਪਹਿਲੋਂ ਸਾਰੇ ਗਹਿਣੇ ਲਾ ਦਿੱਤੇ। ਅੰਦਰ ਇੱਕ ਵੱਖਰੀ ਠੰਡਕ ਸੀ, ਇੱਕ ਵੱਖਰੀ ਸ਼ਾਂਤੀ ਸੀ, ਤੇ ਚਿਹਰੇ ਦਾ ਨੂਰ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਸ ਤਰ੍ਹਾਂ ਸੀ ਕਿ ਜਿਵੇਂ ਮਾਤਾ ਜੀ ਦਾ ਨਾਂ ਇਕੱਲਾ ਤ੍ਰਿਪਤਾ ਨਾਂ ਹੀ ਨਹੀਂ, ਉਹ ਸਾਰੇ ਪਾਸੋਂ ਤ੍ਰਿਪਤ ਹੋ ਗਏ ਹੋਣ, ਔਰ ਸਾਰੇ ਪਾਸੋਂ ਤ੍ਰਿਪਤ ਹੋਏ ਵੀ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਅੱਜ ਦੇ ਦਿਨ ਜਿਹੜਾ ਇਤਿਹਾਸਕਾਰਾਂ ਨੇ ਮੰਨਿਆ ਕਿ 15 ਅਪ੍ਰੈਲ 1469, ਕਵੀ ਸੰਤੋਖ ਸਿੰਘ ਜੀ ਕੱਤਕ ਦੀ ਪੂਰਨਮਾਸ਼ੀ ਲਿਖਦੇ ਨੇ, ਪਰ ਸਮਾਂ ਹੁਣ ਮੱਘਰ ਦੀ ਪੂਰਨਮਾਸ਼ੀ ਹੈ। ਖੈਰ ਜੋ ਵੀ ਹੈ 15 ਅਪ੍ਰੈਲ 1469 ਵਾਲੇ ਦਿਨ ਇਹ ਪ੍ਰਕਾਸ਼ ਦਿਨ ਮੰਨਿਆ ਗਿਆ। ਅੰਮ੍ਰਿਤ ਵੇਲਾ ਹੈ। ਕੁਝ ਦਿਨ ਪਹਿਲੋਂ ਦਾਈ ਦੌਲਤਾਂ ਨੇ ਪਿਤਾ ਕਾਲੂ ਮਹਿਤਾ ਦੇ ਘਰ ਆਉਣਾ ਸ਼ੁਰੂ ਕੀਤਾ। ਅੱਜ ਜਦੋਂ ਅੰਮ੍ਰਿਤ ਵੇਲੇ ਪ੍ਰਕਾਸ਼ ਹੋਣਾ ਹੈ, ਉਸ ਤੋਂ ਪਹਿਲੋਂ ਸ਼ਾਮ ਨੂੰ ਪਿਤਾ ਕਾਲੂ ਜੀ ਨੂੰ ਮਿਲਦੀ ਹੈ ਦਾਈ ਦੌਲਤਾ, ਤੇ ਦਾਈ ਦੌਲਤਾ ਨੇ ਹੱਸ ਕੇ ਕਹਿ ਦਿੱਤਾ ਕਿਉਂਕਿ ਮੁਸਲਮਾਨ ਬੀਬੀ ਹੈ, ਉਹਦੀ ਰੋਜੀ ਰੋਟੀ ਹੈ ਕਿ ਕਿਸੇ ਦੇ ਘਰ ਕੋਈ ਜਨਮ ਲਵੇ ਬੱਚਾ, 4 ਪੈਸੇ ਮਿਲਣ ਤੇ ਘਰ ਦਾ ਖਰਚਾ ਚੱਲਦਾ ਸੀ, ਕਿ ਕਾਲੂ ਦੇਖ ਤੇਰੇ ਤੇ ਰੱਬ ਦੀ ਖੁਦਾ ਦੀ ਬੜੀ ਕਿਰਪਾ ਹੈ, ਪਹਿਲੋਂ ਘਰ ਦੇ ਵਿੱਚ ਬੀਬੀ ਹੈ, ਧੀ ਹੈ, ਤੇ ਜੇ ਖੁਦਾ ਨੇ ਤੈਨੂੰ ਪੁੱਤਰ ਦਿੱਤਾ ਤੇ ਫਿਰ ਰੱਬ ਦਾ ਦਿੱਤਾ ਤੇਰੇ ਘਰ ਵਿੱਚ ਬੜਾ ਕੁਛ, ਕੰਜੂਸੀ ਨਾ ਕਰੀ, 4 ਪੈਸੇ ਵੀ ਦੇ ਦੇ, ਕੋਈ 4 ਮਣ ਦਾਣੇ ਵੀ ਦੇ ਦੀ, ਕਿ ਸਾਲ ਭਰ ਕਿਸੇ ਦੇ ਘਰੋਂ ਮੰਗਣੇ ਤੇ ਨਾ ਪੈਣ, ਸਾਲ ਭਰ ਆਟਾ ਤੇ ਖਾ ਲਈਏ। ਉਰੇ ਹੱਸਦੇ ਹੱਸਦੇ ਉਹ ਕਹਿ ਦਿੰਦੇ ਸੀ, ਸੁਭਾਅ ਹੀ ਹਸਮੁਖ ਸੀ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ, ਤੇ ਐਸਾ ਪ੍ਰਕਾਸ਼ ਹੋਇਆ, ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਅੰਦਰ 7 ਦੀਵੇ ਬਲਦੇ ਸਨ, ਪਰ ਜਦੋਂ ਸਤਿਗੁਰੂ ਜੀ ਦਾ ਪ੍ਰਕਾਸ਼ ਹੋਇਆ ਤੇ ਦਾਈ ਦੌਲਤਾਂ ਨੂੰ ਲੱਗਿਆ ਕਿ 7 ਦੀਵਿਆਂ ਦਾ ਪ੍ਰਕਾਸ਼ ਮੱਧਮ ਪੈ ਗਿਆ। ਉਹਨਾਂ ਤੋਂ ਵੱਧ ਪ੍ਰਕਾਸ਼ ਧੰਨ ਗੁਰੂ ਨਾਨਕ ਦੇਵ ਜੀ ਦਾ ਸੀ। ਔਰ ਦੇਖੋ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਝਲਕ ਸਭ ਤੋਂ ਪਹਿਲੋਂ ਇਸੇ ਦਾਈ ਦੌਲਤਾਂ ਨੂੰ ਮਿਲੀ। ਭਾਵੇਂ ਇਸ ਤੋਂ ਅੱਗੇ ਦਾਈ ਦੌਲਤਾਂ ਬੀਬੀ ਦੌਲਤਾਂ ਦੀ ਗੱਲ ਕੀਤੀ ਨਹੀਂ ਜਾਂਦੀ, ਪਰ ਦਾਈ ਦੌਲਤਾਂ ਸੱਚਮੁੱਚ ਉਦੋਂ ਦੌਲਤਾਂ ਵਾਲੀ ਹੋ ਗਈ ਸੀ। ਸਤਿਗੁਰੂ ਜੀ ਦਾ ਪ੍ਰਕਾਸ਼ ਹੋਇਆ, ਦਾਈ ਦੌਲਤਾਂ ਬੜੀ ਖੁਸ਼ ਅੰਦਰ ਗਈ ਸੀ, ਜਦੋਂ ਬਾਹਰ ਆਈ ਖੁਸ਼ ਵੀ ਹੈ, ਅੱਖਾਂ ਦੇ ਵਿੱਚ ਪਾਣੀ ਵੀ ਹੈ। ਹੁਣ ਦੇਖੋ ਅੱਖਾਂ 'ਚੋਂ ਜਿਹੜਾ ਜਲ ਆਉਣਾ, ਜਲ 2 ਤਰ੍ਹਾਂ ਦਾ ਨਾ, ਇੱਕ ਬੰਦਾ ਦੁਖੀ ਹੋ ਕੇ ਦੁਖੀ ਹੁੰਦਾ ਉਦੋਂ ਆਉਂਦਾ ਹੈ, ਤੇ ਇੱਕ ਬਹੁਤ ਵੱਖਰੀ ਤਰ੍ਹਾਂ ਦੀ ਖੁਸ਼ੀ ਮਿਲੇ ਤੇ ਬਦੋ ਬਦੀ ਉਦੋਂ ਆ ਜਾਂਦਾ ਹੈ। ਅੱਖਾਂ ਦੇ ਵਿੱਚ ਜਲ ਹੈ। ਤੇ ਜਦੋਂ ਪਿਤਾ ਕਾਲੂ ਮਹਿਤਾ ਜੀ ਦੇ ਕੋਲ ਆਏ ਨੇ, ਅੱਖਾਂ ਨਮ ਦੇਖੀਆਂ, ਤੇ ਇੱਕਦਮ ਅੰਦਰ ਹੋਇਆ ਕਿ ਪੁੱਛਦੇ ਨੇ ਮਾਂ ਅੰਦਰ ਠੀਕ ਤੇ ਹੈ, ਤੇ ਮਾਂ ਨੇ ਕਹਿ ਕੇ ਵੇ ਕਾਲੂ ਵਧਾਈ ਹੋਵੇ। ਖੁਸ਼ ਹੋ ਕੇ ਕਹਿੰਦੇ
थाल दे विच बस्तर रखे, कुछ सोना रखिया, कुछ पैसे रखे। थाली लिया के खुश हो के पिता कालू मेहता जी ने जदों दाई दौलतां नूं दित्ती ते दाई दौलतां ने उत्ते हत्थ रख के कह दिता सी वे कालू मैं हुण बथेरी रज गई हां। ते कालू जी नूं पिता जी नूं लग्या कि शायद ये घट है। दाई दौलतां तां कहंदी कि बड़ा रज गई, कहंदे मां तू फड़ ते सही, अज जिन्ना कहेंगे इन्ना होर दे देंगे, होर कहेंगे होर भी दे देंगे, पर अज खुशी है, अज ये फड़। और दाई दौलतां ने फिर कहा सी कि वे नहीं कालू, अज तक मेरा ना ही दौलतां सी, अंदर दी मैं भुखी सा, अज तेरे घर दे विच तेरा बच्चा नहीं, अज खुदा आप आ गया है, उन्हें सचमुच दौलतां वाली बना दिता है। ते वे कालू जे तेरे भाग चंगे होण, जे तू भाग चंगे बनाउणा चाहुंदा है ते तू भी दर्शन कर ली। क्योंकि कोई भी देखो महापुरुष होण जिन्हां कोल इवें दा गुण होवे, ते विशेष तौर ते दो तरह के लोग जिहड़े ने, तीन तरह के कह लीए, वो उत्थों फायदा लै नहीं सकते। एक तो सब तो पहलों माँ प्यो घर वाले, ते दूजे जिहड़े अत दे नज़दीकी होण जिन्हां अज दी भाषा च बेस्ट फ्रेंड कहा जाता है, दोस्त, वो फायदा नहीं लै सकते। ते तीजी तरह के लोग जिहड़े निंदक ने वो तो लै ही नहीं सकते। पिता कालू मेहता जी नूं भावें अखीरले दिनां च जाके गुरु साहब ने किरपा की, समझ दी, पर सारी जिंदगी वो पिता की तरह ही वरतारा करते रहे ना। धन गुरु नानक देव महाराज जी का प्रकाश होया, दाई दौलता बाहर आई ते आके इक्को गल कहती है कि देखो ये वो है। और बोल जिहड़े कहे भाई गुरदास जी ने होए भी सच है कि कल युग बाबे तारिया, सतनाम पर मंत्र सुनाया, कल तारन गुरु नानक आया, तो दाई दौलता कहती तारन वास्ते आया है। और कल्ले मैं नहीं, सतगुरु धन गुरु रामदास महाराज जी के पावन बचन ने। दाई दौलता इन्नी को खुश सी कि अज मैनू सारियां दौलतां मिल गई, कि जिवें इन्ने खुश हो के मिले ने जिवें बड़े सियाणे हुंदे ने। दाई दौलता के कन्नां दे विच कुछ महापुरुष ते भी कहंदे ने कि हੱਸਣ की आवाज़ भी आई, कि जिवें खिड़खड़ा के हੱਸੇ। दाई दौलता उत्थे कहंदे कि कालू मैं नाराज़ नहीं, अज तो मेरे वर्गी पापा नूं ने तार दिता। और धन गुरु रामदास महाराज जी ने पावन बचन कहे ने बाणी च कि मैं मूर्ख की केतक बात है, कोट पराधी तरिया रे। कल्ले मेरे मूर्ख की गल, जिन्हां ने गुरु साहब के दर्शन किए करोड़ा पराधी तर गए, कि मैं मूर्ख की केतक बात है, कोट पराधी तरिया रे। गुरु नानक जिन सुनिया पेखिया, से फिर गरबास न भरिया रे। उन्हां दा ते जन्म मरण कट्टिया गया, जिन्हां ने केवल गुरु नानक साहिब जी नूं वेख्या, केवल सुनिया। और दाई दौलता ने कला वेख्या ही नहीं, सुनिया भी। जदों पंडित आके पंडित हरदयाल जी पुछदे ने कि दाई कुंडली जां पत्री बनाउणी है, कुछ लिखना है, कि मां दस जदों सतगुरु जी का प्रकाश होया, शब्द भावें ना बालक ही वरत्या उत्थे, कि उस वेले अंदर माहौल की सी, तू जिहड़े चिन्ह ने वो की वेखे, निशानियां कोई दस। ते दाई दौलतां दी अखां विच उदों भी पानी आ गया सी कि वे पंडिता तैनूं की दसां। अज तक पता नहीं किन्ने को बच्चों का जन्म इन्हां हत्थां दे राहीं होया, पर जिहड़े भी बच्चे का जन्म होया अज तक वो रोंदा ही आया। और देखो जे ना रोवे तो समझा जाता ना किते कोई नूं कोई किसी तरह का कोई दुख तो नहीं, ये रोया क्यों नहीं, ठीक तो होवे। चुंडी मार के जां पैरां ते थप्पड़ मार के दाइयां डॉक्टर फिर रवाउंदियां सने रोवे। और दाई दौलता कहते कि अज तक जिन्ने बच्चों का जन्म होया रोंदे हुए संसार च आए, पर वे पंडिता ये पहला है कि जिहड़ा कला हसदा होया नहीं आया, इन्हें तो मेरे अंदर भी खुशी बख्श दी है। उत्थे कवि संतोख सिंह जी दे बोल ने
कि बहु सिस जन्मे मम कर माही, अस अचरज कब देखियो नाही। इवें दा हैरान करन वाला कौतुक कदे नहीं सी वेख्या कि मैनू इवें मिले ने दीर्घ नार जो बिक्स मिले हैं। जिवें बड़ा सियाणा बंदा कोई मुस्कुरा के हस के मिलता है ना, मैनू इवें मिले ने। धन गुरु नानक देव महाराज सच्चे पातशाह जी दा प्रकाश होया, समा पिया, लत्तां दे उत्ते जदों दौड़न लगे भजन लगे, क्योंकि शरीर का भी अपना धर्म है ना जी। और पिता ने जानिया कि हुण नानक जी वड्डे हो गए ने। देखो भाई नंद लाल ने पावन बचन कहे ने, जिथे सतगुरु जी ने बाणी दे विच कहा ना, गुरु नानक जिन सुनिया पेखिया से फिर गर बास न परिया रे। तो भाई नंद लाल जी कहते ने कि जेड़ा नानक शब्द है ना, भाई सिखो जे तुसी धन गुरु नानक ही कला कह लवो ना, तो सच जानो इस नाम दे विच भी इन्नियां कु रहमतां ने, इन्नियां कु बरकतां ने कि जिंदगी भर तुहानूं तोटा ही कोई नहीं आउणा। भाई नंद लाल जी जदों नानक नाम दे वो अखरी अर्थ करते हैं, आप कहांगे कि नानक जे पूछे कि नानक दे अर्थ की ने, आप तो यही कहांगे ना पहले गुरु ने। जा शब्द वरत लांगे धन गुरु नानक देव जी सिखां दे पहले गुरु ने, सानू तो अर्थ इन्ने को समझाउणगे। पर भाई नंद लाल जी जिथे विद्वान ने, फारसी दे विच उन्होंने फिर नानक दे अखरी अर्थ कीते। देखो नानक जे लिखना होवे नन्ना कन्ना, नन्ना ते कक्का नानक, ते भाई नंद लाल जी उत्थे लिखते ने नून अल्फ नून काफ, नून नन्ना अल्फ कन्ना। हुण वो अर्थ करते ने, पहले नून तो अर्थ करते ने नईम, ते नईम का अर्थ हुंदा इनाम देने वाला या नियामतां वंडण वाला। कहते दुनिया के लोगों जिन्होंने कितों खैर ना मिले, कितों झोलियां ना भरियां जान, मेरे धन गुरु नानक दर दे साहब जी के दर ते आयो। वो नियामतां वंडण वाला है, इनाम देने वाला है। तो देखो दुनिया के लोग भी इनाम देंदे होणगे, दिते जाते ने, खिडारी जित के आउण इनाम दिते जाते ने, कोई कारनामा करके आवे तो किसी को इनाम दिते जाते ने। पर धन गुरु नानक देव महाराज सच्चे पातशाह जी जदों रहमतां करते हैं तो देखो कि गरीब दे झुग्गी दे विच घर जाके रात बतीत करते हैं। रुखा सुखा ना प्रशादा छकाया, रात नूं जदों मींह पिया छन चोगी, धन गुरु नानक देव महाराज जी उत्थे इनाम दिंदे ने। ते इनाम के दिता जदों दिन चढ़िया, धन गुरु नानक देव महाराज जी कहंदे ने मरदानियां दी छन तोड़ दे। कच्ची जी छन है वो भी कहते ने तोड़ दे। और उस सिख ने अगों हाथ जोड़े, ये नहीं कहा कि ना तोड़ियो, ये नहीं कहा कि क्यों तोड़नी, कि सतगुरु जी मेरे तो कोई गलती होगी, जे कोई भुल हो गई तो कृपा करो मेरी भुल बख्शो। और धन गुरु नानक देव महाराज जी ने उत्थे नियामतां वंडियां। कहते भाई अंदरों दिल करके तू बड़ा अमीर है, दिल खुला अज तो गुरु ने कृपा की। जिथे दिल अमीर उत्थे दिल वड्डा, उत्थे घर भी वड्डा होएगा। धन गुरु नानक देव महाराज जी दर्श करते हैं नून का अर्थ नईम, नियामतां वंडण वाला। अगे दूसरा शब्द आउंदा काफ, नून तो बाद अल्फ, अल्फ कहते ने जिहड़ा आपां कन्ना शब्द वरतने। और फारसी दे विच वैसे अल्फ जदों पाउणा होवे कन्ने की तरह पैंदा है। कन्ना पा लो, एक हिंदी वाला पा लो, तो जां फारसी का अल्फ पा लो, वो लिखण च इक्को ही है। धन गुरु नानक देव महाराज जी भाई नंद लाल जी कहते ने केवल एक ने कि जेड़े सारी दुनिया नूं जिथे पावन बचन शब्द कह दिते कि खत्री ब्राह्मण सूद वैस उपदेश चौवरना को साझा, सारिਆਂ ਨੂੰ ਸਾਂਝਾ उपदेश दे के एकता के धागे विच परोख दे एक ते लड़ लाउण आए ने। नून अल्फ अगे फिर नून है, तो उस नून तो फिर अगों अखर बना के अर्थ करते हैं। नून तो कहते ने नसीर, तो नसीर का भाव अर्थ हुंदा मददगार। कि देखो दुनिया दे विच डिगे होयां नूं लताड़न वाले बड़े ने,
ਇਹ ਆਪਾਂ ਵੀ ਜਾਣਦੇ ਕਿ ਸਮਾਜ ਵਿੱਚ ਚਾਹੇ ਕੋਈ ਰੁਪਈਏ ਪੈਸੇ ਆਰਥਿਕ ਤੌਰ ਤੇ ਡਿੱਗ ਜੇ, ਉਹਨੂੰ ਲੁੱਟਣ ਵਾਲੇ ਲਤਾੜਨ ਵਾਲੇ ਬੜੇ ਹੋਣਗੇ, ਪਰ ਮੇਰਾ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਐਸਾ ਹੈ ਕਿ ਜਿਹੜੇ ਨਾਮ ਕਰਕੇ ਸਿਮਰਨ ਕਰਕੇ ਵੀ ਡਿੱਗੇ ਹੋਣ, ਜਿਨ੍ਹਾਂ ਨੂੰ ਲੋਕੀ ਸ਼ੂਦਰ ਵੀ ਕਹਿੰਦੇ ਹੋਣ, ਉਹਨਾਂ ਦੀ ਮਦਦ ਨਹੀਂ ਕਰਦਾ, ਉਹਨਾਂ ਨੂੰ ਆਪਣੇ ਛਾਤੀ ਦੇ ਨਾਲ ਵੀ ਲਾਉਂਦਾ ਹੈ। ਨੂਣ ਅਲਫ ਨੂਣ ਤੇ ਅੱਗੇ ਸ਼ਬਦ ਹੁੰਦਾ ਕਾਫ, ਤੇ ਕਾਫ ਤੋਂ ਭਾਈ ਨੰਦ ਲਾਲ ਜੀ ਅਰਥ ਕਰਦੇ ਨੇ, ਕਾਫ ਦਾ ਅਰਥ ਹੁੰਦਾ ਕਬੀਰ, ਤੇ ਫਾਰਸੀ 'ਚ ਕਬੀਰ ਕਹਿੰਦੇ ਨੇ ਵੱਡੇ ਨੂੰ। ਦੇਖੋ ਕਬੀਰ ਸ਼ਬਦ ਭਗਤ ਕਬੀਰ ਜੀ ਦਾ ਨਾਮ ਹੀ ਹੁੰਦਾ ਨਾ, ਪਰ ਫਾਰਸੀ 'ਚ ਕਬੀਰ ਕਹਿੰਦੇ ਨੇ ਵੱਡੇ ਨੂੰ। ਕਹਿੰਦੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਸਭ ਤੋਂ ਵੱਡੇ ਨੇ, ਜਿਹਨੂੰ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਕਹਿ ਦਿੱਤਾ ਕਿ ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ। ਉਹ ਵੱਡੇ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਅੱਜ ਪ੍ਰਕਾਸ਼ ਦਿਹਾੜਾ ਹੈ। ਤੇ ਜਦੋਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਪਿਤਾ ਕਾਲੂ ਮਹਿਤਾ ਜੀ ਨੇ ਸੋਚਿਆ ਕਿ ਹੁਣ ਪੜ੍ਹਨੇ ਪਾਈਏ, ਕਿਉਂਕਿ ਇਤਿਹਾਸ ਜਿਹੜੇ ਨੇ ਬੜੇ ਲੰਬੇ ਨੇ, ਔਰ ਗੁਰੂ ਨਾਨਕ ਸਾਹਿਬ ਜੀ ਦਾ ਇਤਿਹਾਸ 'ਤੇ ਜਦੋਂ ਕਥਾ ਕਰੀਏ ਫਿਰ ਕਈ ਸਾਲ ਲੱਗਦੇ ਨੇ, ਔਰ ਅਸਲ ਵਿੱਚ ਕਈ ਸਾਲ ਲਾ ਕੇ ਵੀ ਕਥਾ ਹੋ ਸਕਦੀ ਨਹੀਂ, ਪਰ ਕੁਝ ਸਾਖੀਆਂ ਮਿਲਦੀਆਂ ਨੇ ਜਿਨ੍ਹਾਂ ਤੋਂ ਸਾਨੂੰ ਪ੍ਰੇਰਨਾ ਵੀ ਮਿਲਦੀ ਹੈ। ਪੜ੍ਹਨੇ ਪਾਇਆ, ਗੋਪਾਲ ਪਾਂਧੇ ਜੀ ਦੇ ਕੋਲ ਗਏ, ਔਰ ਪਾਂਧੇ ਨੇ ਜਦੋਂ ਪੜ੍ਹਾਉਣਾ ਸ਼ੁਰੂ ਕੀਤਾ, ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਪੜ੍ਹਾਇਆ ਊੜਾ। ਸਤਿਗੁਰੂ ਕਹਿੰਦੇ ਨੇ ਪੰਡਤ ਜੀ ਪਹਿਲੋਂ ਦੇ ਅਰਥ ਦੱਸੋ। ਹੁਣ ਊੜੇ ਦੇ ਅਰਥ ਕੀ ਨੇ ਜੀ? ਆਪਾਂ ਊੜੇ ਦੇ ਕਹਿ ਦਿਆਂਗੇ ਊਂਠ, ਪਰ ਉਹ ਅਰਥ ਨਹੀਂ ਗਾ। ਊੜੇ ਤੋਂ ਊਂਠ ਬੋਲਿਆ ਜਾਂਦਾ ਕਿ ਆਵਾਜ਼ ਪਤਾ ਲੱਗੇ। ਉੱਥੇ ਪੰਡਤ ਜੀ ਕਹਿੰਦੇ ਨੇ ਕਿ ਨਾਨਕ ਜੀ ਇਕੱਲੇ ਅੱਖਰ ਦੇ ਅਰਥ ਕੋਈ ਨਹੀਂ ਹੁੰਦੇ, ਇਹਦੇ ਨਾਲ ਘੱਟੋ ਘੱਟ ਅੱਗੇ ਕੁਛ ਹੋਰ ਜੁੜੇਗਾ ਤੇ ਅੱਖਰ ਬਣਨਗੇ, ਅਰਥ ਬਣਨਗੇ। ਸਤਿਗੁਰੂ ਕਹਿੰਦੇ ਨੇ ਪੰਡਤ ਜੀ ਸੱਚਮੁੱਚ ਇਕੱਲੇ ਅੱਖਰ ਦੇ ਅਰਥ ਨਹੀਂ ਹੁੰਦੇ। ਕਹਿੰਦੇ ਨਹੀਂ ਹੁੰਦੇ, ਇਹਦਾ ਮਤਲਬ ਇਹਦਾ ਕੋਈ ਮਤਲਬ ਨਹੀਂ, ਬੇਮਹਿਣਾ ਹੈ। ਹਾਂ ਇਕੱਲਾ ਬੇਮਹਿਣਾ ਹੈ, ਤੇ ਜੇ ਬੇਮਹਿਣਾ ਹੈ ਇਹਦਾ ਕੋਈ ਅਰਥ ਹੀ ਨਹੀਂ, ਫਿਰ ਪੜ੍ਹ ਕੇ ਕਰਨਾ ਕੀ ਹੈ। ਪਰ ਸਤਿਗੁਰੂ ਕਹਿੰਦੇ ਨੇ ਪੰਡਤ ਜੀ ਅਰਥ ਤੇ ਨਿਕਲਦੇ ਨੇ। ਜੇ ਤੁਹਾਨੂੰ ਨਾ ਕਰਨੇ ਹੋਣ ਤਾਂ ਗੱਲ ਵੱਖਰੀ ਹੈ। ਉੱਥੇ ਸਤਿਗੁਰੂ ਜੀ ਨੇ ਪੱਟੀ ਲਿਖੀ ਕਿ ਪੱਟੀ ਦੇ ਵਿੱਚ ਜਿੱਥੇ ਲੈਣ ਆਉਂਦੀ ਪੰਕਤੀਆਂ ਆਪਾਂ ਬੜੀਆਂ ਸਾਂਝੇ ਕਰ ਸਕਣੇ ਕਿ ਸੱਸਾ ਸ੍ਰਿਸ਼ਟ ਜਿਨ ਸਾਜੀ ਸਭਨਾ ਸਾਹਿਬ ਏਕ ਭਇਆ। ਸੱਸੇ ਤੋਂ ਅਰਥ ਕਰਨਾ ਹੋਵੇ ਜਿਹਨੇ ਸਾਰੀ ਸ੍ਰਿਸ਼ਟੀ ਸਾਜੀ, ਜਿਹੜਾ ਸਾਰਿਆਂ ਦਾ ਮਾਲਕ ਹੈ, ਸਭ ਨੂੰ ਪੈਦਾ ਕਰਨ ਵਾਲਾ ਹੈ। ਉੱਥੇ ਸਤਿਗੁਰੂ ਕਹਿੰਦੇ ਨੇ ਜੇ ਅਰਥ ਹੀ ਨਹੀਂ ਤੇ ਫਿਰ ਪੜ੍ਹਨਾ ਕੀ। ਉੱਥੇ ਪੰਡਤ ਗੋਪਾਲ ਜੀ ਨੇ ਸਤਿਗੁਰੂ ਦਾ ਹੱਥ ਪੜਿਆ, ਪਿਤਾ ਮਹਿਤਾ ਕਾਲੂ ਦੇ ਕੋਲ ਲੈ ਗਏ, ਸ਼ਿਕਾਇਤ ਕਰਨ ਵਾਸਤੇ ਨਹੀਂ। ਅੰਦਰ ਦੀਆਂ ਅੱਖਾਂ ਖੁੱਲ੍ਹ ਗਈਆਂ, ਔਰ ਜਾ ਕੇ ਕਹਿੰਦੇ ਨੇ ਮਹਿਤਾ ਜੀ ਇਹ ਨਾਨਕ ਜੀ ਇੱਥੇ ਪੜ੍ਹਨ ਵਾਸਤੇ ਨਹੀਂ ਆਏ, ਇਹਨਾਂ ਨੂੰ ਮੈਂ ਨਹੀਂ ਪੜ੍ਹਾ ਸਕਦਾ, ਕੋਈ ਨਹੀਂ ਪੜ੍ਹਾ ਸਕਦਾ। ਇਹ ਪੜ੍ਹਾਉਣ ਵਾਸਤੇ ਆਏ ਨੇ, ਤੇ ਜੇ ਤੂੰ ਭਾਗ ਜਗਾਉਣੇ ਨੇ, ਚੰਗੇ ਭਾਗ ਤੇਰੇ ਨੇ, ਇਹਦੇ ਤੋਂ ਕੁਝ ਪੜ੍ਹ ਨਹੀਂ। ਪਰ ਪਿਤਾ ਸਨ, ਪਿਤਾ ਦੀ ਤਰ੍ਹਾਂ ਨਹੀਂ ਸਮਝ ਲੱਗੀ। ਇੱਥੋਂ ਨਹੀਂ ਤੇ ਫਿਰ ਕਾਦੀ ਦੇ ਕੋਲ ਲੈ ਗਏ, ਮੌਲਵੀ ਦੇ ਕੋਲ ਲੈ ਗਏ ਕਿ ਇਹਨਾਂ ਨੂੰ ਤੁਸੀਂ ਪੜ੍ਹਾਓ, ਜਿਹਨੂੰ ਆਪਾਂ ਮੈਥ ਕਹਿੰਦੇ ਹਾਂ। ਹੁਣ ਮੌਲਵੀ ਨੇ ਪੜ੍ਹਾਉਣਾ ਸ਼ੁਰੂ ਕੀਤਾ ਜੀ। ਉਹ ਪੜ੍ਹਾਉਂਦਾ ਅਲਫ, ਆਪਾਂ ਗਿਣਤੀ ਗਿਣਨੇ ਨਾ 1 2 3, ਉਹ ਪੜ੍ਹਾਉਂਦਾ ਅਲਫ ਬੇ ਤੇ ਸੇ ਪੜ੍ਹੋ, ਲਿਖਿਆ ਅਲਫ ਪੜ੍ਹੋ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਉੱਠ ਕੇ ਖਲੋ ਗਏ। 1 2 ਦਿਨ ਤੇ ਪਿੱਛੇ ਪਿੱਛੇ ਬੋਲਦੇ ਰਹੇ, ਤੇ ਜਦੋਂ ਪੜ੍ਹਾਇਆ ਅਲਫ, ਗੁਰੂ ਨਾਨਕ ਸਾਹਿਬ ਜੀ ਨੂੰ ਵੇਖ ਕੇ ਪੜ੍ਹਾਉਂਦੇ ਨੇ ਅਲਫ, ਤੇ ਗੁਰੂ ਸਾਹਿਬ ਜੀ ਉੱਠ ਕੇ ਖਲੋ ਗਏ ਕਿ ਮੌਲਵੀ ਜੀ ਦੱਸੋ ਅਲਫ ਦੇ ਅਰਥ ਕੀ ਨੇ। ਹੁਣ ਇੱਕ ਦੇ ਅਰਥ ਕੀ ਦੱਸੇ? ਅਲਫ ਦਾ ਕੋਈ ਅਰਥ ਨਹੀਂ। ਅਲਫ ਦੇ ਅੱਗੇ ਜ਼ੀਰੋ ਕੋਈ ਲਾ ਦਿਓ, ਨੁਕਤਾ ਲਾ ਦਿਓ, ਬਿੰਦੀ ਲਾ ਦਿਓ, ਉਹਦਾ ਕੋਈ ਨਾ ਕੋਈ ਅਰਥ ਬਣ ਜਾਏਗਾ। ਇੱਕ ਦੇ ਅਰਥ ਕੀ ਹੋਣਗੇ? ਔਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਉੱਥੇ ਵੀ ਸਮਝਾਉਂਦੇ ਨੇ ਕਿ ਮੌਲਵੀ ਜੀ ਦੇਖੋ ਇੱਕ ਤੋਂ ਹੀ ਸਾਰਾ ਪੈਦਾ ਹੋਇਆ ਹੈ। ਇੱਕ ਓਅੰਕਾਰ ਜਿਹੜਾ ਪਰਮੇਸ਼ਰ ਹੈ, ਸਾਰੇ ਤੋਂ ਇੱਕ ਦਾ ਹੀ ਪਸਾਰਾ ਹੈ। ਇਹ ਸਮਝ ਗੁਰੂ ਸਾਹਿਬ ਜੀ ਨੂੰ ਉੱਥੇ ਦਿੱਤੇ ਕਿ ਅਸਲ ਵਿੱਚ ਇਹਦੇ ਅਰਥ ਵੀ ਨਿਕਲਦੇ ਨੇ, ਮਾਇਨੇ ਵੀ ਨਿਕਲਦੇ ਨੇ, ਪਰ ਜੇ ਸਮਝ ਹੀ ਨਾ ਲੱਗੇ
ਉੱਥੇ ਮੌਲਵੀ ਨੂੰ ਸਮਝਾਇਆ, ਪੰਡਤ ਨੂੰ ਸਮਝਾਇਆ। ਸਮਾਂ ਆਇਆ ਕਿ ਇੱਕ ਦਿਨ ਸਤਿਗੁਰੂ ਜੀ ਨੇ ਪੰਡਤ ਹਰਦਿਆਲ ਜੀ, ਜਿਹੜੇ ਪਹਿਲੋਂ ਕੁਝ ਨਾ ਕੁਝ ਅੰਦਰ ਚਾਨਣ ਸੀ, ਕਿ ਜਦੋਂ 9 ਸਾਲ ਦੀ ਆਰਬਲਾ ਹੋਈ, ਜਨੇਊ ਪਾਉਣ ਲੱਗੇ, ਉਦਣ ਰਿਸ਼ਤੇਦਾਰ ਆ ਗਏ, ਸਾਕ ਸੰਬੰਧੀ ਆ ਗਏ, ਆਂਢੀ ਗੁਆਂਢੀ ਆ ਗਏ, ਘਰ ਦੇ ਵਿੱਚ ਪੋਚਾ ਲੱਗ ਗਿਆ, ਸਾਫ ਸਫਾਈਆਂ ਹੋ ਗਈਆਂ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਚੌਂਕੀ ਦੇ ਉੱਤੇ ਬਿਠਾਇਆ ਗਿਆ। ਵੇਖਦੇ ਰਹੇ ਚੁੱਪ ਕਰਕੇ। ਤੇ ਜਦੋਂ ਪੰਡਤ ਹਰਦਿਆਲ ਜੀ ਗੰਢਾ ਮਾਰ ਮਾਰ ਕੇ ਲੱਗੇ ਧਾਗਾ ਗਲ 'ਚ ਪਾਉਣ, ਸਤਿਗੁਰੂ ਜੀ ਨੇ ਹੱਥ ਕਰ ਦਿੱਤਾ, ਰੁਕੋ। ਕਿ ਪੰਡਤ ਜੀ ਦੱਸੋ ਇਹ ਕੀ ਕਰਨ ਲੱਗੇ ਹੋ? ਕਹਿੰਦੇ ਜਨੇਊ ਪਾਉਣ ਲੱਗਿਆ। ਅੱਜ ਤੋਂ ਬਾਅਦ ਮੈਂ ਤੇਰਾ ਗੁਰੂ ਹੋ ਜਾਵਾਂਗਾ, ਅੱਜ ਤੋਂ ਬਾਅਦ ਤੂੰ ਮੇਰਾ ਜਜਮਾਨ ਹੋਏਗਾ। ਔਰ ਸਤਿਗੁਰੂ ਜੀ ਨੇ ਇਹ ਨਹੀਂ ਕਿਹਾ ਕਿ ਨਹੀਂ ਪਾਉਣਾ। ਸਤਿਗੁਰੂ ਜੀ ਕਹਿੰਦੇ ਨੇ, ਫਿਰ ਪੰਡਤ ਜੀ ਮੇਰੀ ਬੇਬੇ, ਮੇਰੀ ਭੈਣ ਨਾਨਕੀ ਮੇਰੇ ਤੋਂ 4 ਸਾਲ ਵੱਡੇ ਨੇ, 5 ਸਾਲ, ਇਹ ਪਹਿਲੋਂ ਉਹਨਾਂ ਦੇ ਗਲ 'ਚ ਪਾਓ। ਇਹ ਮੇਰੀ ਮਾਂ ਨੇ ਤੇ ਪਾਇਆ ਕੋਈ ਨਹੀਂ, ਕਿਉਂਕਿ ਵਿਤਕਰਾ ਕੀਤਾ ਜਾਂਦਾ ਸੀ ਨਾ। ਇਹ ਬੀਬੀਆਂ ਨਹੀਂ ਪਾ ਸਕਦੀਆਂ, ਭਾਈ ਪਾ ਸਕਦੇ ਨੇ। ਸਤਿਗੁਰੂ ਜੀ ਕਹਿੰਦੇ ਨੇ, ਜਿਨਨੇ ਪਹਿਲੋਂ ਹੀ ਵੰਡ ਪਾ ਦਿੱਤੀ ਹੋਵੇ ਕਿ ਭੈਣ ਨਹੀਂ ਪਾ ਸਕਦੀ, ਭਰਾ ਪਾ ਸਕਦਾ ਹੈ, ਔਰਤ ਨਹੀਂ ਪਾ ਸਕਦੀ, ਮਰਦ ਪਾ ਸਕਦਾ ਹੈ, ਫਿਰ ਇਸ ਧਾਗੇ ਨੇ ਮੇਰਾ ਸਵਾਰਨਾ ਕੀ ਹੈ? ਦੂਜਾ ਸਵਾਲ ਕੀਤਾ ਕਿ ਪੰਡਤ ਜੀ ਇਹ ਮੈਲਾ ਤਾਂ ਨਹੀਂ ਹੋਏਗਾ? ਇਹ ਜਿਹੜਾ ਕਿਤੇ ਟੁੱਟੇਗਾ ਤੇ ਨਹੀਂ, ਸੜੇਗਾ ਤੇ ਨਹੀਂ? ਤੇ ਪੰਡਤ ਜੀ ਕਹਿੰਦੇ ਮੈਲਾ ਵੀ ਹੋਏਗਾ, ਟੁੱਟ ਵੀ ਸਕਦਾ ਹੈ, ਇੱਕ ਦਿਨ ਇਹਨੇ ਸੜ ਵੀ ਜਾਣਾ ਹੈ। ਤੇ ਸਤਿਗੁਰੂ ਜੀ ਕਹਿੰਦੇ ਨੇ ਫਿਰ ਕੀ ਫਾਇਦਾ? ਕਹਿੰਦੇ ਜਦੋਂ ਮੈਲਾ ਹੋ ਜਾਏਗਾ, ਟੁੱਟ ਜਾਏਗਾ, ਦੂਜਾ ਪਾ ਲਿਓ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਫਿਰ ਉੱਥੇ ਸਮਝਾਇਆ ਕਿ ਪੰਡਤ ਜੀ ਜੇ ਜਨੇਊ ਪਾਉਣਾ ਤੇ ਉਹ ਪਾ, ਦਇਆ ਦੀ ਕਪਾਹ ਲੈ ਕੇ ਆ, ਸੱਤ ਦੀ ਉਹਨੂੰ ਗੰਢਾ ਵੱਟ, ਦਇਆ ਕਪਾਹ ਸੰਤੂਕ ਸੋਤ, ਜਤ ਹੰਡੀ ਸਤ ਵੱਟ। ਇਹ ਜਨੇਊ ਜੇ ਕਾ ਹੈ ਤਾਂ ਪਾਂਡੇ ਕਾਤੇ ਤੇ ਕਿਹਾ ਹੀ ਨਹੀਂ ਕਿ ਨਹੀਂ ਪਾਉਣਾ, ਜੇ ਹੈ ਤੇ ਪਾ। ਔਰ ਸਤਿਗੁਰੂ ਜੀ ਕਿਰਪਾ ਕਰਨ, ਸਮੇਂ ਦੀ ਸਮਾਪਤੀ ਹੈ। ਸ਼ਬਦ ਦੇ ਅਖਰੀ ਅਰਥ ਵੀ ਕਰਨੇ ਨੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ। ਦੇਖੋ ਜਿੱਥੇ ਸਾਨੂੰ ਸਮਝਾਇਆ, ਆਪਾਂ ਗੱਲ ਸਤਿਗੁਰੂ ਦੇ ਬਚਨਾਂ ਤੋਂ ਸ਼ੁਰੂ ਕੀਤੀ ਸੀ ਕਿ ਕਾਦੇ ਕੂੜ ਬੋਲ ਮਲ ਖਾਏ, ਬ੍ਰਹਮਨ ਨਾਵੇ ਜੀਆਂ ਘਾਏ, ਜੋਗੀ ਜੁਗਤ ਨ ਜਾਣੇ ਅੰਧ, ਤਿੰਨੇ ਉਜਾੜੇ ਕਾ ਬੰਦ। ਉਦੋਂ 3 ਹੀ ਸਨ, ਤੇ ਭਾਈ ਜੇ ਹੁਣ ਅਸੀਂ ਸਿੱਖ ਹਾਂ ਤੇ ਇਹ ਬਚਨ ਸਾਡੇ 'ਤੇ ਵੀ ਟੁਕਦੇ ਨੇ। ਔਰ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਸਾਨੂੰ ਕਹਿ ਕੇ ਗਏ, ਰਹਿਤ ਪਿਆਰੇ ਮੁਝ ਕੋ ਸਿੱਖ ਪਿਆਰਾ ਨਾਹੀਂ, ਕੇਵਲ ਕਿਰਪਾਨਾਂ ਪਾ ਕੇ, ਕੇਵਲ ਪਹਿਰਾਵਾ ਪਾ ਕੇ, ਧਰਮ ਦੀਆਂ ਨਿਸ਼ਾਨੀਆਂ ਪਾ ਕੇ ਆਪਣੇ ਆਪ ਨੂੰ ਸਿੱਖ ਕਹੀ ਜਾਵੋ ਤੇ ਸਾਨੂੰ ਉਹਦੀ ਲੋੜ ਨਹੀਂ। ਭਈ ਰਹਿਤ ਹੈ, ਅੰਦਰ ਪਿਆਰ ਹੈ, ਸਿੱਖ ਹੈ। ਤੇ ਜੇ ਰਹਿਤ ਨਹੀਂ ਤਾਂ ਸਤਿਗੁਰੂ ਜੀ ਕਹਿੰਦੇ ਨੇ, ਰਹਿਤ ਬਿਨਾ ਨਾ ਸਿੰਘ ਕਹਾਵੇ, ਰਹਿਤ ਬਿਨਾ ਦਰ ਚੋਟਾ ਖਾਵੇ। ਭਾਈ ਖੰਡੇ ਬਾਟੇ ਦੀ ਪਹੁ ਲਈਏ, ਗੁਰੂ ਦੇ ਲੜ ਲੱਗੀਏ, ਔਰ ਇਸ ਰਹਿਤ ਨੂੰ ਜੀਵਨ ਦੇ ਵਿੱਚ ਲੈ ਕੇ ਆਈਏ। ਸਤਿਗੁਰੂ ਦੇ ਪਾਵਨ ਬਚਨ ਕੇਵਲ ਅਖਰੀ ਅਰਥ ਕਰਨੇ ਨੇ, ਫਿਰ ਸਮਾਪਤੀ ਹੈ। ਸਤਿਗੁਰੂ ਜੀ ਨੇ ਅੱਜ ਕਿਰਪਾ ਕੀਤੀ, ਸਮਝਾਇਆ, ਪਰਮੇਸ਼ਰ ਦਿੱਤਾ ਬੰਨਾ, ਦੁੱਖ ਰੋਗ ਕਾ ਡੇਰਾ ਪੰਨਾ, ਆਨੰਦ ਕਰੇ ਨਰ ਨਾਰੀ, ਹਰ ਹਰ ਪ੍ਰਭ ਕਿਰਪਾ ਧਾਰੀ। ਇਹਦੇ ਅਰਥ ਪਹਿਲੋਂ ਵੀ ਕੀਤੇ ਸਨ, ਫਿਰ ਕਰਦੇ ਹਾਂ ਕਿ ਜਿਹੜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਵਰਗੇ ਦੁਸ਼ਟ ਨੇ, ਚੋਰ ਨੇ, ਜਿਹੜੇ ਵਿਕਾਰ ਨੇ, ਇਹਨਾਂ ਵੱਲੋਂ ਬੰਨ ਲਾ ਦਿੱਤਾ। ਇਹਨਾਂ ਕਰਕੇ ਦੁੱਖ ਤੇ ਰੋਗ ਪੈਦਾ ਹੁੰਦੇ ਨੇ, ਉਹਨਾਂ ਦਾ ਡੇਰਾ ਢਾ ਦਿੱਤਾ। ਹੁਣ ਇਹ ਆਨੰਦ ਕਰੇ ਨਰ ਨਾਰੀ ਤੋਂ ਭਾਵੇਂ ਇਹ ਅੱਖਾਂ ਕੰਨ ਜਿੰਨੇ ਗਿਆਨ ਇੰਦਰੇ ਨੇ, ਇਹ ਸਾਰੇ ਆਨੰਦ ਦੇ ਵਿੱਚ ਰਹਿੰਦੇ ਨੇ, ਇਹ ਦੁਖੀ ਹੁੰਦੇ ਹੀ ਨਹੀਂ। ਸੰਤੋ ਸੁਖ ਹੋਆ ਸਭ ਥਾਈ, ਸਭ ਥਾਈ ਸੁੱਖ ਕਿੱਥੇ ਜੀ? ਹੁਣ ਅੱਖਾਂ 'ਚ ਵੀ ਸੁੱਖ ਆ ਗਿਆ, ਕੰਨ 'ਚ ਵੀ ਸੁੱਖ ਆ ਗਿਆ, ਪੈਰ ਮਾੜੇ ਪਸੇ ਜਾਂਦੇ ਨਹੀਂ, ਇਹ ਵੀ ਸੁਖੀ ਹੋ ਗਏ। ਪਾਰ ਬ੍ਰਹਮ ਪੂਰਨ ਪਰਮੇਸ਼ਰ, ਰਵ ਰਹਿਆ ਸਭਨੀ ਜਾਈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਬਖਸ਼ਿਸ਼ ਕਰਦੇ ਨੇ, ਉਹ ਪਰਮੇਸ਼ਰ ਸਾਰਿਆਂ ਦੇ ਵਿੱਚ ਰਮਿਆ ਹੋਇਆ, ਹਰ ਥਾਂ 'ਤੇ ਹੈ। ਰਹਾਉ ਧੁਰ ਕੀ ਬਾਣੀ ਆਈ, ਤਿਨ ਸਗਲੇ ਚਿੰਤ ਮਿਟਾਈ। ਹੁਣ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਬਾਣੀ ਤੁਰਦੀ ਹੈ, ਆਈ, ਤਿੰਨ ਸਗਲੇ ਚਿੰਤ ਮਿਟਾਈ। ਕਿੱਥੇ ਆਈ ਜੀ?
ਬਾਣੀ ਕਿੱਥੇ ਆਈ? ਆਪਾਂ ਸ਼ਬਦ ਵਰਤਨੇ ਕਿ ਗੁਰੂ ਗ੍ਰੰਥ ਸਾਹਿਬ ਜੀ ਘਰ ਲੈ ਕੇ ਗਏ ਤੇ ਸਤਿਗੁਰੂ ਦੀ ਬਾਣੀ ਆ ਗਈ। ਇੱਟਾਂ ਦੇ ਘਰ ਵਿੱਚ ਤੇ ਆ ਗਈ, ਵੀ ਤੇਰੇ ਘਰ ਵਿੱਚ ਆਈ ਕਿ ਨਹੀਂ। ਅਖੰਡ ਪਾਠ ਤੇ ਅਸੀਂ ਕਈ ਵਾਰੀ ਕਰਵਾ ਲਏ, ਸੁਖਮਣੀ ਸਾਹਿਬ ਕਈ ਕਰਵਾਏ ਹੋਣਗੇ, ਪਰ ਤਿੰਨ ਸਗਲੇ ਚਿੰਤ ਮਿਟਾਈ। ਆਪਣੇ ਆਪ ਦੇ ਅੰਦਰ ਝਾਤ ਮਾਰ ਕੇ ਵੇਖ ਕੇ ਤੇਰੀ ਚਿੰਤਾ ਮਿਟ ਗਈ। ਤੇ ਜੇ ਨਹੀਂ ਮਿਟੀ ਤੇ ਕਿਉਂ ਨਹੀਂ ਮਿਟੀ? ਕਿਉਂਕਿ ਧੁਰ ਕੀ ਬਾਣੀ ਆਈ ਹੋਈ ਨਹੀਂ, ਤੂੰ ਆਪਣੇ ਅੰਦਰ ਆਉਣੀ ਨਹੀਂ ਦਿੱਤੀ। ਧੁਰ ਕੀ ਬਾਣੀ ਨੂੰ ਅੰਦਰ ਲੈ ਕੇ ਨਹੀਂ ਗਿਆ। ਇਹ ਬਾਣੀ ਨੂੰ ਅੰਦਰ ਲੈ ਕੇ ਜਾਣਾ ਸੀ। ਗੁਰੂ ਸਾਹਿਬ ਜੀ ਕਹਿੰਦੇ ਨੇ ਧੁਰ ਕੀ ਬਾਣੀ ਆਈ, ਤਿੰਨ ਸਗਲੇ ਚਿੰਤ ਮਿਟਾਈ। ਤੇ ਅਖੀਰ ਤੇ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ, ਦਿਆਲ ਪੁਰਖ ਮਿਹਰਵਾਨਾ, ਹਰ ਨਾਨਕ ਸੱਚ ਵਖਾਨਾ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ, ਭਾਈ ਮੈਂ ਸੱਚ ਕਹਿ ਰਿਹਾ। ਉਹ ਪਰਮੇਸ਼ਰ ਸਦਾ ਹੀ ਦਿਆਲ ਪੁਰਖ ਹੈ, ਸਭ ਤੇ ਮਿਹਰ ਕਰਨ ਵਾਲਾ ਹੈ। ਸਤਿਗੁਰੂ ਜੀ ਕਿਰਪਾ ਕਰਨ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਇੱਕ ਵਾਰੀ ਫਿਰ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ। ਸਮੇਂ ਦੀ ਸਮਾਪਤੀ ਹੈ। ਗੁਰੂ ਸਵਾਰੇ ਰਾਗੇ ਜਥਾ ਉਹ ਆਪ ਜੀ ਦੀ ਸੇਵਾ ਵਿੱਚ ਹਾਜ਼ਰ ਹੈ। ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।